ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਚੈਨਲ ਦੇ ਦਰਸ਼ਕੋ, ਜਿੱਥੇ ਜਿੱਥੇ ਵੀ ਦੁਨੀਆ ਭਰ ਵਿੱਚ ਬੈਠੇ ਤੁਸੀਂ ਸਿੱਖ ਚੈਨਲ ਦੇ ਨਾਲ ਜੁੜੇ ਹੋਏ ਹੋ, ਮੈਂ ਤੁਹਾਡਾ ਸਭ ਦਾ ਜੀ ਆਇਆਂ ਕਰਦੀ ਹਾਂ। ਅਤੇ ਇਸ ਦੇ ਨਾਲ ਨਾਲ ਹੀ ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਇੱਥੇ ਅਸੀਂ ਸਿੱਖ ਚੈਨਲ 'ਤੇ ਜੋ ਸਾਡਾ ਸਿੱਖ ਡਾਇਸਫਰਾ ਹੈਗਾ, ਉਸ ਦੀ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਹੈ। ਜਿਹੜੇ ਲੋਕ ਇੰਡੀਆ ਤੋਂ, ਪੰਜਾਬ ਤੋਂ ਆ ਕੇ ਇੱਥੇ ਐਜ਼ ਏ ਇਮੀਗਰੈਂਟ ਆ ਕੇ ਹੁਣ ਇੱਥੇ ਦੇ ਸ਼ਹਿਰੀ ਬਣ ਚੁੱਕੇ ਹਨ, ਮੈਂ ਉਹਨਾਂ ਦੀ ਇੰਟਰਵਿਊਜ਼ ਕਰਦੀ ਹੁੰਦੀ ਹਾਂ ਵੀ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਹੈਗਾ ਇਸ ਦੇਸ਼ ਦੇ ਵਿੱਚ ਕਿਸ ਤਰ੍ਹਾਂ ਦਾ ਹੋਇਆ। ਇਸ ਕਰਕੇ ਆਪਣੇ ਦਰਸ਼ਕੋ, ਅੱਜ ਮੇਰੇ ਨਾਲ ਜੁੜੇ ਹਨ ਮਨਪ੍ਰੀਤ ਕੌਰ ਜੀ, ਅਤੇ ਜਿਹੜੇ ਕਿ ਆਪਣੇ ਇੱਥੇ ਆਏ, ਮੈਂ ਉਹਨਾਂ ਤੋਂ ਆਪਾਂ ਚਲੋ ਉਹਨਾਂ ਦੇ ਨਾਲ ਸਵਾਲ ਜਵਾਬ ਪੁੱਛਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਪ੍ਰੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮਨਪ੍ਰੀਤ ਜੀ, ਤੁਸੀਂ ਆਪਣੇ ਦਰਸ਼ਕਾਂ ਨੂੰ ਇਹ ਦੱਸੋ ਵੀ ਤੁਸੀਂ ਇੱਥੇ ਕਦੋਂ ਆਏ ਸੀ ਅਤੇ ਕਿਉਂ ਆਏ ਸੀ? ਮੈਂ ਇੱਥੇ 2009 ਦੇ ਵਿੱਚ ਆਈ ਸੀਗੀ ਜੀ, ਅਤੇ ਇੱਥੇ ਵਿਆਹ ਕਰਾ ਕੇ ਓਬਵੀਅਸਲੀ ਆਈ ਸੀਗੀ। ਅਤੇ ਫਿਰ ਕੀ ਕਹਿੰਦੇ ਹੈਗੇ ਆ, ਚਲੋ ਬੱਚੇ ਹੋ ਗਏ ਜੀ। ਅਤੇ ਅੱਛਾ ਜੀ, ਅੱਛਾ। ਜਦੋਂ ਫਿਰ ਤੁਸੀਂ 2009 ਵਿੱਚ ਇੱਥੇ ਆਏ, ਹਾਂਜੀ, ਤੁਸੀਂ ਆ ਕੇ ਸਭ ਤੋਂ ਪਹਿਲਾਂ ਇੱਥੇ ਕੀ ਕੀਤਾ? ਇੱਥੇ ਤਾਂ ਮੇਰੀ ਫਸਟ ਪ੍ਰਾਇਓਰਟੀ ਜਿਹੜੀ ਸੀਗੀ ਉਹ ਮੇਰੀ ਫੈਮਿਲੀ ਸੀਗੀ, ਜੀ। ਪਰਿਵਾਰ ਸੀ। ਪਰਿਵਾਰ ਦੀ ਲੁੱਕ ਆਫਟਰ ਕਰਨੇ ਸੀ। ਮੇਰਾ ਬੇਟਾ ਸੀਗਾ, ਬੇਟਾ ਛੋਟਾ ਸੀਗਾ, ਅਤੇ ਉਹਦੀ ਲੁੱਕ ਆਫਟਰ ਕਰਨੀ ਮੇਰੀ ਪ੍ਰਾਇਓਰਟੀ ਸੀਗੀ। ਪਰ ਫਿਰ ਜਿਸ ਤਰ੍ਹਾਂ ਕਹਿ ਲਓ ਕਿ ਘਰ ਦੀਆਂ ਜ਼ਰੂਰਤਾਂ ਵੀ ਹੁੰਦੀਆਂ ਹੈਗੀਆਂ ਆ, ਫਿਰ ਮੈਂ ਇੰਡੀਆ ਦੇ ਵਿੱਚ ਸੈਲਫ ਡਿਪੈਂਡੈਂਟ ਸੀਗੀ, ਆਪਣੇ ਆਪ 'ਤੇ ਸੀਗੀ ਕਿ ਹਾਰਡ ਵਰਕਿੰਗ ਸੀਗੀ, ਨਿਰਭਰ ਸੀ ਆਪਣੇ ਆਪ 'ਤੇ ਨਿਰਭਰ ਸੀਗੀ। ਅਤੇ ਮੈਂ ਫਿਰ ਘਰ ਨਹੀਂ ਸੀ ਬੈਠ ਸਕਦੀ ਹੈਗੀ। ਮੈਂ ਸੋਚਿਆ ਕਿ ਚਲੋ ਥੋੜ੍ਹੀ ਦੇਰ ਲਈ ਕੁਝ ਕੰਮ ਕਰਨਾ ਸ਼ੁਰੂ ਕੀਤਾ ਜਾਵੇ। ਫਿਰ ਤੁਹਾਨੂੰ ਪਤਾ ਕਿ ਜਦੋਂ ਅਸੀਂ ਕਿਸੇ ਦੂਸਰੇ ਸ਼ਹਿਰ ਜਾਂਦੇ ਹੈਗੇ ਆ ਤਾਂ ਟੋਟਲੀ ਡਿਫਰੈਂਟ ਹੀ ਹੁੰਦਾ ਹੈਗਾ, ਅਲੱਗ ਹੀ ਹੁੰਦਾ ਆ। ਉੱਥੇ ਤੁਸੀਂ ਰਾਜੇ ਆ, ਇੱਥੇ ਤੁਸੀਂ ਜ਼ੀਰੋ ਆ। ਜੀ ਜੀ। ਇੱਥੇ ਤੁਸੀਂ ਜਿਹੜੀ ਆਪਣੀ ਸਟਾਰਟ ਕਰਦੇ ਆ, ਬਿਗਨਿੰਗ ਕਰਦੇ ਹੈਗੇ ਆ, ਉਹ ਜ਼ੀਰੋ ਤੋਂ ਤੁਹਾਡੀ ਸਟਾਰਟ ਹੁੰਦੀ ਆ। ਚਾਹੇ ਤੁਸੀਂ ਉੱਥੇ ਹੀਰੋ ਆ, ਪਰ ਇੱਥੇ ਜ਼ੀਰੋ ਆ ਤੁਸੀਂ। ਠੀਕ ਹੈ ਜੀ। ਇੱਥੇ ਮੈਂ ਆਪਣੀ ਸ਼ੁਰੂਆਤ ਵੀ ਇਸੇ ਤਰ੍ਹਾਂ ਕੀਤੀ, ਦਿਹਾੜੀਆਂ ਲਾਈਆਂ, ਕਿਤੇ ਵੀ ਮਿਲਦਾ ਸੀ ਪੂਰੇ ਟਾਊਨ ਦੇ ਵਿੱਚ ਜਾ ਕੇ CV ਦੇ ਕੇ ਆਉਂਦਾ, ਲੱਭੀ ਜੋਬ ਸੈਂਟਰ ਵੀ ਰਜਿਸਟਰਡ ਕਰਵਾਇਆ ਆਪਣੇ ਆਪ ਨੂੰ, ਬੈਂਕਿੰਗ ਦੇ ਵਿੱਚ ਵੀ ਕੀਤਾ। ਪਰ ਬੈਂਕ ਦੇ ਵਿੱਚ ਮੈਨੂੰ ਮਿਲਦੀਆਂ ਸੀ ਜੋਬਾਂ, ਪਰ ਮਿਲਦੀਆਂ ਸੀ ਫੁੱਲ ਟਾਈਮ। ਮੈਂ ਫੁੱਲ ਟਾਈਮ ਬੱਚਿਆਂ ਕਰਕੇ ਕਰ ਨਹੀਂ ਸੀ ਸਕਦੀ। ਫਿਰ ਮੈਂ ਸੋਚਿਆ ਕਿ ਨਹੀਂ, ਪਾਰਟ ਟਾਈਮ ਹੀ ਮੇਰੇ ਲਈ ਬੈਸਟ ਹੈਗੀ ਆ। ਫਿਰ ਇਸ ਤਰ੍ਹਾਂ ਮੈਨੂੰ ਥੋੜ੍ਹੇ ਪੈਸਿਆਂ 'ਤੇ ਪਹਿਲਾਂ ਜੋਬਾਂ ਮਿਲਣੀਆਂ ਸ਼ੁਰੂ ਹੋਈਆਂ। ਫਿਰ ਹੌਲੀ ਹੌਲੀ ਐਕਸਪੀਰੀਅੰਸ ਵੱਧਦਾ ਰਿਹਾ। ਪਰੇਸ਼ਾਨੀਆਂ ਤਾਂ ਓਬਵੀਅਸਲੀ ਹੁੰਦੀਆਂ ਹੀ ਹੈਗੀਆਂ ਆ, ਕਿਉਂਕਿ ਕਿੱਥੇ ਤੁਸੀਂ ਲੱਖਾਂ ਦੇ ਵਿੱਚ ਖੇਡਦੇ ਸੀ, ਕਿੱਥੇ ਤੁਸੀਂ 4 ਪਾਉਂਡ ਤੁਹਾਨੂੰ ਘੰਟੇ ਦਾ ਮਿਲਣਾ, ਅਤੇ 4 ਪਾਉਂਡ ਤੁਸੀਂ 1 ਮਿੰਟ ਵਿੱਚ ਉੱਥੇ ਉਡਾ ਜਾਂਦੇ ਹੈਗੇ ਆ। ਇੰਡੀਆ ਦੇ ਵਿੱਚ ਸਾਰਾ ਮਤਲਬ ਐਸ਼ ਕਰਦੇ ਸਭ ਕੁਛ ਹੋਣ ਦੇ ਬਾਵਜੂਦ, ਫਿਰ ਇੱਥੇ ਜਦੋਂ ਤੁਹਾਨੂੰ ਉਹ ਚੀਜ਼ ਨਹੀਂ ਮਿਲਦੀ ਹੈਗੀ, ਪਰ ਸਟਰਗਲ ਕਰਨਾ ਪੈਂਦਾ ਹੈਗਾ ਆ। ਪਰ ਕਹਿੰਦੇ ਹੁੰਦੇ ਨਾ, ਜੇ ਤੁਸੀਂ ਚਾਹੋ ਤਾਂ ਬਹੁਤ ਕੁਛ ਹੋ ਸਕਦਾ ਹੈਗਾ ਆ, ਜੇ ਬੰਦਾ ਚਾਹੇ ਤਾਂ ਅਸਮਾਨ ਨੂੰ ਛੂਹ ਸਕਦਾ ਹੈਗਾ ਆ। ਬਿਲਕੁਲ ਜੀ। ਠੀਕ ਹੈ ਜੀ। ਮਨਪ੍ਰੀਤ ਕੌਰ ਜੀ, ਮੈਨੂੰ ਅੱਛਾ ਲੱਗਿਆ, ਕਿਉਂਕਿ ਮੈਨੂੰ ਯਾਰ ਵੀ ਜਿਹੜੀ ਆਪਾਂ ਜਦੋਂ ਵੀ ਇਸ ਦੇਸ਼ ਵਿੱਚ ਆਏ ਹਾਂ, $7 ਲੈ ਕੇ ਕੋਲੇ ਆਏ ਸੀ ਸਾਰੇ, ਇੱਕ ਨਹੀਂ, ਹਰ ਇੱਕ ਦੇ ਕੋਲੇ, ਕੋਈ ਅਮੀਰ ਸੀ ਗਰੀਬ ਸੀ, $7 ਸਾਰਿਆਂ ਦੇ ਕੋਲੇ ਸੀ। ਹਾਂਜੀ। ਲੇਕਿਨ ਉਸ ਦੇ ਨਾਲ ਜਦੋਂ ਤੁਸੀਂ ਇੱਥੇ ਆਏ, ਇੱਕ ਤਾਂ ਚਲੋ ਸੀ ਵੀ ਆਪਣੀ ਤੁਸੀਂ ਨੌਕਰੀ ਲੱਭਣ ਦੀ ਕੋਸ਼ਿਸ਼ ਕੀਤੀ, ਅਤੇ ਨੌਕਰੀ ਲੱਭਣੀ ਤੁਹਾਡੇ ਲਈ ਕਰਨੀ ਮੁਸ਼ਕਿਲ ਸੀ, ਕਿ ਉਹ ਤੁਸੀਂ ਬੱਚੇ ਛੋਟੇ ਸੀਗੇ, ਉਹਨਾਂ ਦੀ ਵੀ ਆਪਾਂ ਦੇਖਭਾਲ ਕਰਨੀ ਸੀ। ਇਸ ਤੋਂ ਬਗੈਰ ਹੋਰ ਕੀ ਮੁਸ਼ਕਿਲਾਂ? ਜਦ ਤੁਸੀਂ ਕਿਹੜੇ ਏਅਰਪੋਰਟ 'ਤੇ ਆ ਕੇ ਉਤਰੇ ਸੀ ਇੱਥੇ? ਮੈਂ ਇੱਥੇ ਬਰਮਿੰਘਮ ਆਈ ਸੀਗੀ, ਬਰਮਿੰਘਮ ਏਅਰਪੋਰਟ 'ਤੇ। ਹਾਂਜੀ। ਅਤੇ ਜਦ ਤੁਸੀਂ ਇੱਥੇ ਆ ਕੇ ਪਹੁੰਚੇ, ਉਦੋਂ ਤੁਹਾਡੇ ਮਨ ਵਿੱਚ ਆਪਣੇ ਜਿਸ ਨੂੰ ਆਪਾਂ ਬਲੈਤ ਕਹਿ ਦਿੰਦੇ, ਉਹਦੇ ਬਾਰੇ ਤੁਸੀਂ ਕੀ ਸੋਚਦੇ ਸੀ? ਤੁਹਾਡਾ ਕੀ ਪਹਿਲਾ ਪ੍ਰਭਾਵ ਸੀ? ਫਸਟ ਇੰਪ੍ਰੈਸ਼ਨ ਕੀ ਸੀ? ਮੈਨੂੰ ਇੱਦਾਂ ਸੀਗਾ ਕਿ ਮੈਨੂੰ ਇੰਗਲੈਂਡ ਤਾਂ ਬਿਲਕੁਲ ਪਸੰਦ ਨਹੀਂ ਸੀਗਾ। ਕਿਉਂ? ਕਿਉਂਕਿ ਮੇਰਾ ਜਿਹਦਾ ਕੰਮ ਇੰਡੀਆ ਦੇ ਵਿੱਚ ਸਹੀ ਹੈ ਨਾ, ਮੇਰੇ ਖਿਆਲ ਨਾਲ ਕਿ ਉਹਨਾਂ ਨੂੰ ਇੱਥੇ ਆਉਣਾ ਹੀ ਨਹੀਂ ਚਾਹੀਦਾ ਜੀ। ਠੀਕ ਹੈ ਨਾ ਜੀ। ਚਲੋ ਮੇਰੀ ਕਿਸਮਤ ਸੀ, ਮੇਰਾ ਵਿਆਹ ਹੋ ਗਿਆ, ਮੇਰੇ ਰਿਸ਼ਤੇਦਾਰਾਂ ਨੇ ਸਾਡਾ ਵਿਆਹ ਕਰ ਦਿੱਤਾ, ਅਤੇ ਮੇਰੀ ਕਿਸਮਤ ਮੈਨੂੰ ਇੱਥੇ ਲੈ ਆਈ। ਪਰ ਮੈਂ ਤਾਂ ਸਾਰਿਆਂ ਨੂੰ ਇਹੀ ਐਡਵਾਈਸ ਕਰਾਂਗੀ ਕਿ ਜਿਨ੍ਹਾਂ ਦਾ ਕੰਮ ਇੰਡੀਆ ਸਹੀ ਹੈਗਾ ਆ, ਉਹਨਾਂ ਨੂੰ ਇੰਡੀਆ ਹੀ ਰਹਿਣਾ ਚਾਹੀਦਾ ਹੈਗਾ ਆ। ਕਿਉਂਕਿ ਮੇਰਾ ਕੰਮ ਉੱਥੇ ਬਹੁਤ ਵਧੀਆ ਸੀਗਾ, ਮੇਰੇ ਅੰਡਰ ਇੰਪਲੋਈ ਕੰਮ ਕਰਦੇ ਸੀਗੇ, ਅਤੇ ਆਪਣੇ ਮੇਰੇ 2 ਉੱਥੇ ਵੀ ਆਫਿਸ ਸੀਗੇ, ਫਰੈਂਚਾਈਜ਼ਿਸ ਲਈ ਸੀਗੀ। ਮੈਂ ICICI ਬੈਂਕ ਦੀ ਲਾਈਫ ਇੰਸ਼ੋਰੈਂਸ ਦੀ ਲਈ ਹੋਈ ਸੀਗੀ, ਔਰ ਮੈਂ ਪਹਿਲਾਂ ਹੀ ਜਾ ਚੁੱਕੀ ਸੀ, ਆਸਟ੍ਰੇਲੀਆ, ਕੈਨੇਡਾ ਜਾ ਚੁੱਕੀ ਸੀਗੀ। ਉਹ ਮੀਟਿੰਗਸ ਅਟੈਂਡ ਕਰਦੀ ਸੀ, ਇੰਟਰਨੈਸ਼ਨਲ ਮੀਟਿੰਗ ਅਟੈਂਡ ਕਰਦੀ ਸੀਗੀ। ਅਤੇ ਮੈਂ ਦੇਖਿਆ ਹੋਇਆ ਸੀ ਕਿ ਬਾਹਰਲਾ ਮਾਹੌਲ ਕਿੱਦਾਂ ਦਾ ਹੈਗਾ, ਕਿ ਬਾਹਰਲੀ ਕੋਈ ਲਾਈਫ ਨਹੀਂ ਹੈਗੀ, ਸਿਰਫ ਇੱਥੇ ਦੌੜ ਭੱਜ ਆ, ਬਸ ਤੁਸੀਂ ਭੱਜੀ ਜਾਓ ਬਸ, ਕੋਈ ਲਾਈਫ ਨਹੀਂ, ਕੋਈ ਇੰਜੋਏਮੈਂਟ ਨਹੀਂ ਹੈਗਾ।
ਹੁਣ ਇੰਡੀਆ ਦੇ ਵਿੱਚ ਇੰਨੇ ਦਿਨ ਤਿਉਹਾਰ ਆਉਂਦੇ ਹੈਗੇ ਆ, ਗੁਰਪੁਰਬ ਆਉਂਦੇ ਹੈਗੇ ਆ, ਹਰੇਕ ਚੀਜ਼ ਨੂੰ ਉੱਥੇ ਇੰਜੋਏ ਬੰਦਾ ਕਰਦਾ ਹੈਗਾ। ਜੀ ਜੀ। ਇੱਥੇ ਉਹ ਕੋਈ ਚੀਜ਼ ਹੀ ਨਹੀਂ ਹੈਗੀ। ਮਨਪ੍ਰੀਤ ਜੀ, ਇਹ ਤਾਂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ। ਮੇਰੇ ਹਸਬੈਂਡ ਦੀ ਭੈਣ ਆ, ਉਹ ਡਾਕਟਰ ਆ, ਤੇ ਉਹ ਇੰਡੀਆ ਵਿੱਚ ਹੀ ਡਾਕਟਰ ਨੇ, ਤੇ ਉਹਨਾਂ ਦੀ ਬੇਟੀ ਵੀ ਅਗਾਂਹ 2-3 ਬੇਟੀਆਂ ਉਹ ਵੀ ਡਾਕਟਰ ਹੀ ਆ ਸਾਰੀਆਂ। ਤੇ ਜਦੋਂ ਇੱਥੇ ਉਹ ਲੈਸਟਰ ਪੜ੍ਹਨ ਆਈ ਸੀ ਤੇ ਉਹਨੂੰ ਇੱਥੇ ਨੌਕਰੀ ਮਿਲਦੀ ਸੀ, ਉਹ 1 ਸਾਲ ਇੱਥੇ ਪ੍ਰੋਬੇਸ਼ਨ ਕਰਨ ਆਈ ਸੀ। ਉਹ ਕਹਿੰਦੀ ਮੈਂ ਇੰਗਲੈਂਡ ਵਿੱਚ ਨਹੀਂ ਰਹਿਣਾ, ਕਹਿੰਦੀ ਮੈਂ ਤਾਂ ਵਾਪਸ ਜਾਣਾ, ਕਹਿੰਦੀ ਮੈਨੂੰ ਤਾਂ ਇੰਗਲੈਂਡ ਬਿਲਕੁਲ ਐਸੇ ਹੀ ਕਰਕੇ ਜੋ ਤੁਸੀਂ ਕਹਿ ਰਹੇ ਹੋ। ਉਹ ਕਹਿੰਦੀ ਮੈਨੂੰ ਉਹਨੂੰ ਵੀ ਨਹੀਂ ਪਸੰਦ ਆਇਆ ਸੀਗਾ। ਹਾਂਜੀ ਹਾਂਜੀ। ਚਲੋ, ਇੱਕ ਤਾਂ ਤੁਹਾਡੀ ਇਹ ਵਜ੍ਹਾ ਹੋ ਗਈ ਵੀ ਤੁਸੀਂ ਨਹੀਂ ਪਸੰਦ, ਕਿਉਂਕਿ ਉਹ ਚੀਜ਼ ਜੋ ਸਾਡੇ ਪੰਜਾਬ ਦੇ ਵਿੱਚ ਆ, ਜੋ ਸਾਡੇ ਇੰਡੀਆ ਵਿੱਚ ਇੱਥੇ ਹੋ ਨਹੀਂ ਸਕਦੀ। ਹਾਂਜੀ। ਲੇਕਿਨ ਜਿਹੜੀ ਤੁਸੀਂ ਗੱਲ ਕਰਦੇ ਵੀ ਤੁਹਾਡਾ ਉੱਥੇ ਕਿਸ ਤਰ੍ਹਾਂ ਦਾ ਕੰਮ ਸੀ, ਕੰਮ ਦਾ ਤੁਹਾਡਾ ਨਾਂ ਕੀ ਸੀ, ਤੁਹਾਡਾ ਆਪਣਾ ਕੋਈ ਬਿਜ਼ਨਸ ਸ਼ੁਰੂ ਕੀਤਾ ਤੁਸੀਂ ਕੀਤਾ ਸੀ ਉੱਥੇ? ਹਾਂਜੀ, ICICI ਪ੍ਰੂਡੈਂਸ਼ੀਅਲ ਲਾਈਫ ਇੰਸ਼ੋਰੈਂਸ ਸੀ। ਰਾਈਟ। ਹਾਂਜੀ, ਉਹਦੀ ਮੈਂ ਫਰੈਂਚਾਈਜ਼ਿਸ ਲਈ ਹੋਈ ਸੀਗੀ। ਜੀ ਜੀ। ਤੇ ਮੇਰੇ ਅੰਡਰ ਮੁੰਡੇ ਕੁੜੀਆਂ ਕੰਮ ਕਰਦੇ ਸੀ, ਮੈਨੂੰ ਸਾਰਾ ਕੰਪਨੀ ਖਰਚਾ ਦਿੰਦੀ ਸੀਗੀ, ਮੇਰੇ ਲਾਈਫ ਸਟਾਈਲ ਦਾ, ਮੇਰੇ ਪੈਟਰੋਲ ਦਾ ਦਿੰਦੀ ਸੀਗੀ, ਫਿਰ ਮੇਰੀ ਬਿਲਿੰਗਸ ਵਗੈਰਾ ਦਾ ਸਾਰਾ ਕੁਝ ਉਹ ਪੇ ਕਰਦੀ ਸੀਗੀ। ਹਾਂਜੀ ਮਨਪ੍ਰੀਤ ਜੀ, ਜਿੱਦਾਂ ਤੁਸੀਂ ਗੱਲ ਕਰਦੇ ਹੋ ਵੀ ਤੁਹਾਡਾ ਉੱਥੇ ICI ਦਾ ਜਿਹੜਾ ਹੈਗਾ ਲਾਈਫ ਇੰਸ਼ੋਰੈਂਸ ਵਗੈਰਾ ਦਾ ਕੰਮਕਾਜ ਬਹੁਤ ਵਧੀਆ ਸੀ। ਹਾਂਜੀ। ਮੈਂ ਸੋਚਦੀ ਹੁੰਦੀ ਹਾਂ ਵੀ ਤੇਰੀ ਤਾਂ ਉਮਰ ਹਜੇ ਬਹੁਤ ਛੋਟੀ ਆ, ਤੇ ਉੱਥੋਂ ਫਿਰ ਜਦ ਤੁਸੀਂ ਇੱਧਰ ਆਏ ਉਦੋਂ ਤੁਹਾਡੀ ਉਮਰ ਕੀ ਸੀ? ਮੇਰੀ ਉਦੋਂ ਉਮਰ ਜਿਹੜੀ ਸੀ 27 ਸਾਲ ਦੀ ਸੀਗੀ। ਅੱਛਾ ਜੀ। ਅੱਛਾ ਹਾਂਜੀ। ਅੱਛਾ ਅੱਛਾ। ਯਾ। ਹਾਂਜੀ। ਤੇ ਜਦ ਫਿਰ ਤੁਸੀਂ ਇੱਥੇ ਆਏ ਤੇ ਫਿਰ ਤੁਹਾਨੂੰ ਨੌਕਰੀ ਲੱਭਣ ਵਿੱਚ ਮੁਸ਼ਕਿਲ ਹੋਈ? ਹਾਂਜੀ, ਕਿਉਂਕਿ ਜਿੱਦਾਂ ਦਾ ਕੰਮ ਤੁਸੀਂ ਇੰਡੀਆ ਦੇ ਵਿੱਚ ਕਰਦੇ ਆ, ਓਬਵੀਅਸਲੀ ਆ ਕਿ ਤੁਸੀਂ ਉਸੇ ਲਾਈਨ ਨੂੰ ਪਹਿਲਾਂ ਤਾਂ ਲੱਭਦੇ ਹੈਗੇ ਆ ਨਾ, ਪਰ ਫਿਰ ਉਹ ਲਾਈਨ ਬਿਲਕੁਲ ਡਿਫਰੈਂਟ ਹੋ ਜਾਂਦੀ। ਇੱਥੇ ਤੁਹਾਨੂੰ ਆਉਂਦੇ ਹੀ ਉਹ ਚੀਜ਼ਾਂ ਨਹੀਂ ਮਿਲਦੀਆਂ ਹੈਗੀਆਂ, ਤੁਹਾਨੂੰ ਉਹ ਚੀਜ਼ਾਂ ਨੂੰ ਹਾਸਲ ਕਰਨਾ ਪੈਂਦਾ ਹੈਗਾ ਆ। ਮੈਂ ਬੈਂਕਿੰਗ ਲਾਈਨ ਦੇ ਵਿੱਚ ਹੀ ਪਹਿਲਾਂ ਮੈਂ ਫੋਕਸ ਪਾਇਆ ਸੀ ਕਿ ਮੇਰੇ ਕੋਲ ਐਕਸਪੀਰੀਅੰਸ ਉਹਦਾ ਸੀਗਾ ਕਿ ਮੈਂ ਉਸੇ ਲਾਈਨ ਦੇ ਵਿੱਚ ਜਾਣਾ ਆ। ਫਿਰ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਨੂੰ ਮਿਲਦੀ ਸੀਗੀ ਜੋਬ, ਮੇਰੀ ਫ਼ੋਨ 'ਤੇ ਅਸੈਸਮੈਂਟ ਹੋ ਗਈ, ਟੈਲੀਫੋਨ ਅਸੈਸਮੈਂਟ ਹੋ ਗਈ, ਸਾਰਾ ਕੁਛ ਹੀ ਹੋ ਗਿਆ, ਪਰ ਉਹਨਾਂ ਨੂੰ ਚਾਹੀਦੀ ਸੀ ਫੁੱਲ ਟਾਈਮ ਅਤੇ ਮੈਨੂੰ ਚਾਹੀਦੀ ਸੀ ਪਾਰਟ ਟਾਈਮ, ਅਤੇ ਮੈਨੂੰ ਉਹ ਵੀ ਆਪਣੀ ਜੋਬ ਜਿਹੜੀ ਆ ਉਹ ਛੱਡਣੀ ਪਈ। ਜੀ ਜੀ। ਫਿਰ ਉਸ ਤੋਂ ਬਾਅਦ ਮੈਨੂੰ ਮਿਲਦੀ ਪਈ ਸੀਗੀ ਲੀਡਸ ਬਰੈਡਫੋਰਡ ਏਅਰਪੋਰਟ 'ਤੇ, ਜਿਹੜੀ ਡਿਊਟੀ ਫਰੀ ਹੁੰਦੀ ਹੈਗੀ ਆ ਸ਼ਾਪ 'ਤੇ, ਕਸਟਮਰ ਸਰਵਿਸ ਦੀ ਮਿਲਦੀ ਸੀਗੀ। ਉੱਥੇ ਵੀ ਸਾਰਾ ਕੁਛ ਉਹਨਾਂ ਨੇ ਮੈਨੂੰ ਆਫਰਸ ਕਰ ਦਿੱਤਾ ਕਿ ਸਾਰਾ ਕੁਛ ਬੈਨੀਫਿਟਸ ਮਿਲ ਰਹੇ ਸੀਗੇ। ਫਿਰ ਉਹ ਵੀ ਪ੍ਰੋਬਲਮ ਆਈ ਮੈਨੂੰ ਟਰੈਵਲ ਦੀ, ਕਿਉਂਕਿ ਮੈਨੂੰ ਉਦੋਂ ਡਰਾਈਵਿੰਗ ਨਹੀਂ ਸੀ ਆਉਂਦੀ। ਫਿਰ ਮੇਰੇ ਹਸਬੈਂਡ ਨੇ ਕਿਹਾ ਵੀ ਕਾਫੀ ਟਾਈਮ ਤੈਨੂੰ ਲੱਗ ਜਾਣਾ, ਟਾਈਮਿੰਗ ਕੰਜ਼ਿਊਮਿੰਗ ਹੋਣੀ ਆ, ਔਰ ਬੱਚੇ ਫਿਰ ਨੂੰ ਵੀ ਡਰੋਪ ਕਰਨਾ ਪੈਣਾ ਸੀਗਾ, ਕਾਫੀ ਕੁਛ ਕਰਨਾ ਪੈਣਾ ਸੀ ਫੇਸ, ਅਤੇ ਫਿਰ ਉਹ ਵੀ ਮੈਨੂੰ ਛੱਡਣੀ ਪਈ ਜੋਬ। ਅੱਛਾ ਅੱਛਾ। ਹਾਂਜੀ। ਮਨਪ੍ਰੀਤ ਵੀ ਮੈਂ ਇਹ ਸੋਚਦੀ ਹਾਂ ਵੀ ਇੱਥੇ ਆ ਕੇ ਤੁਹਾਨੂੰ ਇੰਗਲਿਸ਼ ਬੋਲਣ ਦੀ ਕੋਈ ਪ੍ਰੋਬਲਮ ਆਈ? ਇੰਨੀ ਨਹੀਂ ਆਈ, ਕਿਉਂਕਿ ਮੈਂ ਕੰਮ ਹੀ ਉੱਥੇ ਹੀ ਕਰਦੀ ਸੀਗੀ। ਉੱਥੇ ਵੀ ਮੇਰੇ ਸਾਰੇ ਅਸੀਂ ਇੰਗਲਿਸ਼ 'ਚ ਹੀ ਗੱਲ ਕਰਦੇ ਸੀਗੇ। ਫਿਰ ਕੀ ਕਹਿੰਦੇ ਹੈਗੇ ਆ, ਸਾਡੇ ਮੁੰਬਈ ਸਾਈਡ ਦੇ ਜਿਹੜੇ ਸੀ ਉਹ ਮੈਨੇਜਰ ਜਾਂ CEO ਸੀਗੇ, ਉਹ ਸਾਰੇ ਇੰਗਲਿਸ਼ 'ਚ ਹੀ ਗੱਲ ਕਰਦੇ ਸੀਗੇ। ਫਿਲਹਾਲ ਚਲੋ ਪੜ੍ਹੇ ਲਿਖੇ ਸੀ, ਇੰਡੀਆ ਵੀ ਪੜ੍ਹੇ ਲਿਖੇ ਸੀਗੇ ਕਰਕੇ ਇਹ ਦਿੱਕਤ ਤਾਂ ਨਹੀਂ ਆਈ ਹੈਗੀ, ਪਰ ਥੋੜ੍ਹਾ ਜਿਹਾ ਫਰਕ ਹੁੰਦਾ ਬੋਲੀ ਦਾ। ਜਿੱਦਾਂ ਆਪਾਂ ਕਹਿ ਲਓ, ਆਪਾਂ ਪੰਜਾਬ ਦੇ ਵਿੱਚ ਵੀ ਥੋੜ੍ਹੀ ਜਿਹੀ ਆਪਣੀ ਬੋਲੀ ਡਿਫਰੈਂਟ ਹੁੰਦੀ ਹੈਗੀ ਆ, ਆਪਾਂ ਇੰਨੀ ਫਾਸਟ ਨਹੀਂ ਹੋ ਸਕਦੇ, ਫਲੂਐਂਟ ਨਹੀਂ ਹੋ ਸਕਦੇ ਫਿਰ ਵੀ, ਕਿਉਂਕਿ ਆਪਣੀ ਮਾਂ ਬੋਲੀ ਪੰਜਾਬੀ ਆਪਾਂ ਬੋਲਦੇ, ਉੱਥੇ ਮੋਸਟਲੀ ਪੰਜਾਬੀ ਹੈਗੇ ਆ, ਪੰਜਾਬੀ 'ਚ ਹੀ ਗੱਲ ਕਰੀਦੀ ਹੈਗੀ ਆ। ਪਰ ਫਿਰ ਵੀ ਮੈਂ ਕੈਚਅਪ ਕਰ ਹੀ ਲਿਆ ਉਹਨੂੰ, ਇਸ ਚੀਜ਼ ਨੂੰ ਤਾਂ ਜਲਦੀ ਕੈਚਅਪ ਕਰ ਲਿਆ, ਉਹ ਤਾਂ ਕੋਈ ਪ੍ਰੋਬਲਮ ਨਹੀਂ ਆਈ। ਜੀ ਜੀ। ਹਾਂਜੀ। ਮੈਂ ਸੋਚਦੀ ਹਾਂ ਵੀ ਜਦੋਂ ਆਪਾਂ ਇੰਡੀਆ ਵਿੱਚ ਹੁੰਦੇ ਹਾਂ, ਮੈਂ ਕਿਉਂਕਿ ਮੇਰਾ ਆਪਣਾ ਐਕਸਪੀਰੀਅੰਸ ਹੈ ਵੀ ਇੱਥੇ ਆਉਣ ਤੋਂ ਪਹਿਲਾਂ ਹਾਂਜੀ ਤੁਸੀਂ ਬੜੇ ਜਿਹੜੀ ਹੈਗੀ ਆ ਇੱਥੇ ਦੇ ਇਸ ਦੇਸ਼ ਦੇ ਬਾਰੇ, UK ਦੇ ਬਾਰੇ, ਇੰਗਲੈਂਡ ਦੇ ਬਾਰੇ ਜਾਂ ਵਲੈਤ ਦੇ ਬਾਰੇ, ਸਾਡੇ ਮਨ ਵਿੱਚ ਬੜੀਆਂ ਰੀਝਾਂ ਹੁੰਦੀਆਂ ਵੀ ਉੱਥੇ ਆਹ ਹੁੰਦਾ ਆ, ਉੱਥੇ ਕੁੱਤਿਆਂ ਦੀ ਰੇਸ ਹੁੰਦੀ ਆ, ਉੱਥੇ ਘੋੜਿਆਂ ਦੀਆਂ ਜਿਹੜੀਆਂ ਹੁੰਦੀਆਂ ਦੌੜਾਂ ਹੁੰਦੀਆਂ ਨੇ, ਅਤੇ ਇੱਦਾਂ ਲੱਗਦਾ ਹੁੰਦਾ ਵੀ ਉੱਥੇ ਜਿਹੜੀ ਜ਼ਿੰਦਗੀ ਬਹੁਤ ਵਧੀਆ ਵਲੈਤ ਦੇ ਵਿੱਚ। ਅਤੇ ਕਿਉਂਕਿ ਉੱਥੇ ਕਿੱਦਾਂ ਇਹ ਵੀ ਮੈਂ ਸੋਚਦੀ ਹੁੰਦੀ ਸੀ ਵੀ ਉੱਥੇ ਜਿੱਦਾਂ ਦਰੱਖਤਾਂ ਨੂੰ ਪੈਸੇ ਲੱਗੇ ਹੁੰਦੇ ਆ, ਤੁਹਾਡੇ ਮਨ ਵਿੱਚ ਇੱਦਾਂ ਦੇ ਖਿਆਲ ਆਉਂਦੇ ਸੀ ਇੱਥੇ ਆਉਣ ਤੋਂ ਪਹਿਲਾਂ? ਦੇਖੋ ਜੀ, ਜਿਹੜੇ ਕਹਿੰਦੇ ਹੁੰਦੇ ਨਾ ਢੋਲ ਦੂਰ ਦੇ ਹੀ ਵੱਜਦੇ ਸੁਹਾਵਣੇ ਲੱਗਦੇ ਹੈਗੇ ਆ। ਜਦੋਂ ਇੱਥੋਂ ਕੋਈ ਇੰਡੀਆ ਜਾਂਦਾ ਨਾ, ਉਹ ਆਪਣੀ ਸਾਰੀ ਕਮਾਈ ਜਿਹੜੀ ਆ ਨਾ, ਉਹ ਉੱਥੇ ਜਾ ਕੇ ਉਹ ਖਰਚ ਕਰਦਾ ਆ। ਬਿਲਕੁਲ। ਜਿਹੜਾ ਇੰਜੋਏਮੈਂਟ ਉਹਨੇ ਇੱਥੇ ਨਹੀਂ ਕੀਤਾ ਹੁੰਦਾ ਨਾ, ਉਹ ਉੱਥੇ ਜਾ ਕੇ ਕਰਦਾ ਆ, ਕਿਉਂਕਿ ਉਹਨੂੰ ਹੁੰਦਾ ਕਿ ਮੈਂ ਹੁਣ ਹੌਲੀਡੇਜ਼ 'ਤੇ ਆਇਆ ਆ, ਛੁੱਟੀਆਂ 'ਤੇ ਆਇਆ ਵੀ ਮੈਂ ਜਿੰਨਾ ਮੇਰੇ ਕੋਲ ਟਾਈਮ ਹੈਗਾ ਮੈਂ ਉਹਨੂੰ ਰੱਜ ਕੇ ਇੰਜੋਏ ਕਰਾਂ। ਠੀਕ ਹੈ ਜੀ। ਅਤੇ ਉਹ ਫਿਰ ਜਿਹੜੇ ਇੰਡੀਆ ਵਾਲੇ ਆ ਨਾ, ਉਹ ਸੋਚਦੇ ਆ ਵੀ ਇਹ ਤਾਂ ਇੱਥੇ ਪੈਸੇ ਬੜੇ ਖਰਚਦਾ ਪਿਆ ਆ, ਬੰਦਾ ਜਾਂ ਬੰਦੀ ਕੋਈ ਵੀ ਆ, ਵੀ ਇੱਥੇ ਪੈਸੇ ਬੜੇ ਖਰਚਦੇ ਪਏ ਹੈਗੇ ਆ, ਇਹ ਤਾਂ ਹਰੇਕ ਚੀਜ਼ ਇਹਦੇ ਕੋਲ ਹੈਗੇ ਆ, ਸੋਨਾ ਇੰਨਾ ਪਾਇਆ, ਆਹ ਪਾਇਆ, ਵੀ ਪਤਾ ਨਹੀਂ ਉੱਥੇ ਤਾਂ ਬਲੈਡ ਦੇ ਵਿੱਚ ਕੀ ਹੈਗਾ, ਖਰੇ ਦਰੱਖਤਾਂ ਨੂੰ ਪੈਸੇ ਲੱਗੇ ਹੈਗੇ ਆ ਜਿਹੜੇ ਜੀ ਇਹ ਤੋੜ ਤੋੜ ਕੇ ਲੈ ਕੇ ਆਉਂਦੇ ਆ। ਅਸੀਂ ਤਾਂ ਇਹ ਚੀਜ਼ਾਂ ਇੱਥੇ ਕਰ ਨਹੀਂ ਸਕਦੇ। ਇਹ ਚੀਜ਼ਾਂ ਜਿਹੜੀਆਂ
ਹੁੰਦੀ ਹੈ ਨਾ, ਇਹ ਸੋਚ ਕੇ ਬੰਦੇ ਦਾ ਫਿਰ ਜਿਹੜਾ ਮਨ ਆ ਉਹ ਖਰਾਬ ਜ਼ਰੂਰ ਹੁੰਦਾ ਆ। ਜੇ ਅੱਜ ਕੱਲ੍ਹ ਜਿੰਨੇ ਸਟੂਡੈਂਟ ਆ ਜਾਂ ਜਿੰਨੀ ਅੱਜ ਕੱਲ੍ਹ ਦੀ ਜਨਰੇਸ਼ਨ ਹੈਗੀ ਆ, ਉਹ ਇਹੀ ਬਸ ਕਹਿ ਰਹੀ ਆ ਕਿ ਅਸੀਂ ਬਸ ਬਲੈਥ ਜਾਈਏ, ਅਸੀਂ ਕੈਨੇਡਾ ਜਾਈਏ ਜਾਂ ਇੰਗਲੈਂਡ ਜਾਈਏ, ਉਹ ਬਾਹਰ ਨੂੰ ਹੀ ਦੌੜਦੀ ਆ। ਹਾਂਜੀ, ਫਿਰ ਉਹ ਦੇਖਿਆ ਇੱਧਰੋਂ ਗਿਆ ਹੁੰਦੇ ਉਹ ਹਵਾਈ ਕਿਲੇ ਜਿੱਦਾਂ ਦਿਖਾਲਦੇ ਨੇ, ਉੱਥੇ ਜਾ ਕੇ ਤੇ ਉਹਨਾਂ ਫਿਰ ਮਨ ਤੇ ਥੋੜਾ ਆ ਤਾਂ ਜਾਂਦੀਆਂ ਲਸਾ ਵੀ ਅਸੀਂ ਵੀ ਉੱਥੇ ਜਾਈਏ। ਹਾਂਜੀ ਹਾਂਜੀ। ਤੇ ਤੁਸੀਂ ਵੀ ਇਸੇ ਵਜ੍ਹਾ ਕਰਕੇ ਹਾਂ ਕਹਿ ਦਿੱਤੀ ਸੀ ਵੀ ਹਾਂ ਚਲੋ ਮੈਂ ਵੀ ਚਲੇ ਜਾਂਦੀ ਹਾਂ ਇੱਥੇ ਬਲੈਤ ਨੂੰ? ਵੈਸੇ ਤਾਂ ਮੈਂ ਜੇ ਸੱਚ ਪੁੱਛੋ ਤਾਂ ਮੈਂ ਇਸ ਗੱਲ ਕਰਕੇ ਨਹੀਂ ਸੀ ਕੀਤੀ ਹੈਗੀ। ਮੇਰੇ ਹਾਲਾਤ ਹੋਰ ਸੀਗੇ। ਮੇਰੇ ਹਾਲਾਤ ਇਹ ਸੀਗੇ ਕਿ ਮੇਰੇ ਡੈਡ ਦੀ ਰੀਸੈਂਟਲੀ ਡੈਥ ਹੋਈ ਸੀਗੀ। ਅੱਛਾ। ਅਤੇ ਇਹਦੀ ਰਿਸ਼ਤਾ ਆਇਆ, ਮੇਰੇ ਮਾਮਾ ਜੀ ਫਿਰ ਕਹਿ ਲਓ ਘਰ ਦੇ ਵਿੱਚ ਵੱਡੇ ਸੀਗੇ, ਉਹਨਾਂ ਨੇ ਕਿਹਾ ਵੀ ਇੱਦਾਂ ਦਾ ਕਰਕੇ ਰਿਸ਼ਤਾ ਆ। ਮੈਂ ਇੱਕ ਵਾਰ ਤਾਂ ਨਾ ਕਰ ਦਿੱਤੀ ਸੀਗੀ ਕਿਤੇ ਹੋਰ ਗੱਲ ਕਰਕੇ, ਪਰ ਜਿੱਦਾਂ ਨਾ ਕਹਿ ਲਓ ਕਿ ਰਿਸ਼ਤੇਦਾਰ ਹੁੰਦੇ ਆ, ਰਿਸ਼ਤੇਦਾਰ ਇਹ ਕਹਿੰਦੇ ਹੁੰਦੇ ਆ ਨਾ ਕਿ ਪੇ ਸਿਰ 'ਤੇ ਨਹੀਂ ਹੈਗਾ, ਕਿ ਖਰੇ ਨਿਆਣੇ ਨੇ ਆਪਣੀ ਮਰਜ਼ੀ ਕਰਨੀ ਆ, ਕਿ ਇਹ ਜੋਬ ਕਰਦੀ ਆ, ਕਿ ਹੋ ਸਕਦਾ ਇਹਨੇ ਕਿਤੇ ਜੋਬ 'ਤੇ ਕੋਈ ਲੜਕਾ ਪਸੰਦ ਕੀਤਾ ਹੋਏਗਾ। ਅਤੇ ਮੈਂ ਨਹੀਂ ਸੀ ਚਾਹੁੰਦੀ ਕਿ ਮੇਰੀ ਮਾਂ ਨੂੰ ਮੇਰੇ ਕਰਕੇ ਕੋਈ ਗੱਲ ਸੁਣਨੀ ਪਵੇ। ਅਤੇ ਇਸ ਕਰਕੇ ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਮਾਮਾ ਜੀ ਤੁਸੀਂ ਮੇਰੇ ਡੈਡ ਦੀ ਥਾਂ 'ਤੇ ਤੁਸੀਂ ਜੋ ਕਹੋਗੇ ਮੈਂ ਮੇਰੇ ਸਿਰ ਮੱਥੇ ਆ, ਵੀ ਮੈਂ ਕੋਈ ਕੁਛ ਨਹੀਂ ਤੁਹਾਨੂੰ ਕਹੂੰਗੀ। ਫਿਰ ਇਸ ਕਰਕੇ ਮੈਨੂੰ ਹਾਂ ਕਰਨੀ ਪਈ। ਹਾਂਜੀ। ਹੁਣ ਕੋਈ ਪਛਤਾਵਾ ਹੈ ਤੁਹਾਡੇ ਮਨ ਵਿੱਚ ਵੀ ਮੈਂ ਇੱਥੇ ਆ ਕੇ ਕੀ ਕੀਤਾ? ਹੁਣ ਵੀ ਪਛਤਾਵਾ ਜਾਂ ਹੁਣ ਖੁਸ਼ ਹੋ? ਪਹਿਲਾਂ ਤਾਂ ਸੀਗਾ, ਕਿਉਂਕਿ ਸਾਰਾ ਕੁਛ ਉੱਥੇ ਮੈਂ ਆਪਣੀ ਮਿਹਨਤ ਨਾਲ ਬਣਾਇਆ ਸਾਰਾ ਕੁਛ। ਮੇਰੇ ਡੈਡ ਨੇ ਮੈਨੂੰ ਇਸ ਲੈਵਲ 'ਤੇ ਕੀਤਾ ਸੀ ਕਿ ਮੈਂ ਸਾਰਾ ਕੁਛ ਕਰ ਸਕਾਂ ਨਾ। ਉਹਨਾਂ ਨੇ ਮੈਨੂੰ ਮੁੰਡਿਆਂ ਦੀ ਤਰ੍ਹਾਂ ਰੱਖਿਆ ਅਤੇ ਮੁੰਡਿਆਂ ਵਾਂਗੂ ਹੀ ਮੇਰਾ ਸਾਥ ਦਿੱਤਾ। ਉਸ ਜਦੋਂ ਮੈਂ ਉੱਥੇ ਮਾਰਕੀਟਿੰਗ ਕਰਦੀ ਸੀਗੀ ਨਾ, ਅਤੇ ਸਾਡੀ ਕਾਸਟ ਵਿੱਚ ਮਤਲਬ ਰਾਮਗੜੀਆ ਕਹਿ ਲਓ, ਅਤੇ ਕੁੜੀਆਂ ਨੂੰ ਬਾਹਰ ਘੁੰਮਣ ਨਹੀਂ ਸੀ ਦਿੰਦੇ, ਬਾਹਰ ਜਾਣ ਨਹੀਂ ਸੀ ਦਿੰਦੇ ਹੈਗੇ, ਠੀਕ ਹੈ ਜੀ। ਅਤੇ ਮੈਂ ਆਪਣੇ ਡੈਡ ਨੂੰ ਇਹੀ ਪੁੱਛਿਆ ਜੋਬ ਸਟਾਰਟ ਕਰਨ ਤੋਂ ਪਹਿਲਾਂ ਉੱਥੇ ਵੀ ਇੰਡੀਆ ਦੇ ਵਿੱਚ, ਕਿ ਡੈਡ ਇੱਦਾਂ ਦੀ ਜੋਬ ਮਿਲਦੀ ਪਈ ਹੈਗੀ ਆ ਨਾ। ਅਤੇ ਉਹਨਾਂ ਨੇ, ਮੈਂ ਕਿਹਾ ਮੈਨੂੰ ਮੁੰਡਿਆਂ ਦੇ ਨਾਲ ਵੀ ਜਾਣਾ ਪੈ ਸਕਦਾ ਆ, ਉਹਨਾਂ ਦੀ ਬਾਈਕ ਦੇ ਪਿੱਛੇ ਵੀ ਬਹਿਣਾ ਜਾ ਸਕਦਾ, ਕਿਉਂਕਿ ਮਾਰਕੀਟਿੰਗ ਸਾਨੂੰ ਕਰਨੀ ਪੈਣੀ ਹੈਗੀ ਆ। ਅਤੇ ਮੇਰੇ ਡੈਡ ਨੇ ਮੈਨੂੰ ਇਹ ਕਿਹਾ ਵੀ ਮੈਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ, ਵੀ ਮੈਨੂੰ ਤੇਰੇ 'ਤੇ ਪੂਰਾ ਟਰਸਟ ਹੈਗਾ ਆ, ਤੂੰ ਕੀ ਕਰਦੀ ਆ, ਬਸ ਇਸ ਗੱਲ ਦਾ ਧਿਆਨ ਰੱਖੀ ਕਿ ਮੇਰੀ ਪੱਗ ਨੂੰ ਜਿਹੜਾ ਆ ਉਹ ਦਾਗ ਨਾ ਲੱਗਣ ਦੇ। ਮੈਂ ਉਹ ਗੱਲ ਜਿਹੜੀ ਆ ਉਹ ਆਪਣੇ ਲੜ ਬੰਨ੍ਹ ਲਈ ਕਿ ਜੇ ਮੇਰੇ ਡੈਡ, ਮੇਰੀ ਫੈਮਿਲੀ ਮੇਰਾ ਸਪੋਰਟ ਕਰਦੀ ਪਈ ਹੈਗੀ ਆ, ਅਤੇ ਮੈਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ। ਬਸ ਮੈਂ ਉਹੀ ਗੱਲ ਲੜ ਬੰਨ੍ਹੀ ਸੀਗੀ, ਉਸੇ ਗੱਲ ਕਰਕੇ ਮੈਂ ਚਲੋ ਅੱਗੇ ਤੱਕ ਗਈ ਹੈਗੀ ਆ। ਪਹਿਲਾਂ ਮੈਂ ਆਸਟ੍ਰੇਲੀਆ ਦਾ ਕੀਤਾ, ਪੂਰੀ ਮੈਂ ਇੱਕ ਸਿੰਗਲ ਕੁੜੀ ਸੀਗੀ ਜਿਹੜੀ ਪੂਰੇ ਪੰਜਾਬ ਦੇ ਵਿੱਚੋਂ ਆਸਟ੍ਰੇਲੀਆ ਗਈ ਸੀਗੀ, ਫਸਟ ਸੀਗੀ ਮੈਂ। ਔਰ 5 ਬੰਦੇ ਅਸੀਂ ਗਏ ਸੀਗੇ ਪੂਰੇ ਪੰਜਾਬ ਦੇ ਵਿੱਚੋਂ, 4 ਬੰਦੇ ਸੀਗੇ ਔਰ ਮੈਂ ਇੱਕ ਇਕੱਲੀ ਕੁੜੀ ਸੀਗੀ, ਉਹ ਵੀ ਅਨਮੈਰਿਡ ਕੁੜੀ। ਅਤੇ ਇਸੇ ਤਰ੍ਹਾਂ ਕੈਨੇਡਾ ਜਦੋਂ ਗਈ ਹੈਗੀ ਆ, ਅਤੇ ਜਿਹੜੇ ਮੈਰਿਡ ਸੀ ਉਹਨਾਂ ਦੇ ਵੀਜ਼ੇ ਵੀ ਨਹੀਂ ਲੱਗੇ, ਉਹਨਾਂ ਦੀ ਸਪੋਂਸਰਸ਼ਿਪ ਵੀ ਨਹੀਂ ਹੋਈ। ਮੈਨੂੰ ਕੰਪਨੀ ਵਾਲਿਆਂ ਨੇ ਸਪੋਂਸਰ ਕੀਤਾ, ਉਹ $1 ਮਿਲੀਅਨ ਰਾਊਂਡ ਟੇਬਲ ਦਾ ਮੈਨੂੰ ਉੱਥੇ ਸਰਟੀਫਿਕੇਟ ਮਿਲਿਆ। ਮੈਨੂੰ ਉਹਨਾਂ ਨੇ ਰਿਵਾਰਡ ਕੀਤਾ ਸੀਗਾ ਕੈਨੇਡਾ ਦੇ ਵਿੱਚ, ਇੰਟਰਨੈਸ਼ਨਲ ਮੇਰੀ ਮੀਟਿੰਗ ਸੀਗੀ। ਅਤੇ ਜਦੋਂ ਮੈਂ ਆਸਟ੍ਰੇਲੀਆ ਗਈ ਸੀਗੀ, ਆ ਕੇ ਮੈਂ ਜਦੋਂ ਪਾਸਪੋਰਟ ਆਪਣੇ ਡੈਡ ਨੂੰ ਦਿਖਾਇਆ, ਕਿਉਂਕਿ ਕੰਪਨੀ ਵਾਲੇ ਕੋਲ ਸਾਡਾ ਪਾਸਪੋਰਟ ਸੀਗਾ, ਆ ਕੇ ਜਦੋਂ ਮੈਂ ਦਿਖਾਇਆ ਤਾਂ ਮੇਰੇ ਡੈਡ ਦੇ ਉਹ ਵੀ ਜਿਹੜੀ ਸੀਗੇ ਨਾ, ਉਹ ਰੋ ਪਏ ਦੇਖ ਕੇ, ਉਹ ਖੁਸ਼ੀ ਦੇ ਉਹਨਾਂ ਦੀ ਅੱਖਾਂ ਦੇ ਵਿੱਚ ਹੰਝੂ ਸੀ। ਕਹਿੰਦੇ ਕਿ ਅੱਜ ਮੈਨੂੰ ਬਹੁਤ ਮਾਣ ਆ ਆਪਣੀ ਕੁੜੀ 'ਤੇ। ਕਹਿੰਦੇ ਜੇ ਮੈਂ ਤੈਨੂੰ ਤੀਜਾ ਮੁੰਡਾ ਕਿਹਾ ਨਾ, ਅਤੇ ਤੂੰ ਮੇਰਾ ਮਾਣ ਰੱਖਿਆ, ਮੇਰੀ ਪੱਗ ਨੂੰ ਉੱਚੇ ਰੱਖਿਆ, ਦਾਗ ਨਹੀਂ ਲੱਗਣ ਦਿੱਤਾ। ਕਹਿੰਦੇ ਲੋਕਾਂ ਦੇ ਨਿਆਣੇ ਨਾ ਆਪਣੀਆਂ ਜ਼ਮੀਨਾਂ ਵੇਚ ਕੇ, ਗਿਰਵੀ ਰੱਖ ਕੇ, ਆਪਣੇ ਘਰਦਿਆਂ ਦੇ ਗਲ ਵਿੱਚ ਅੰਗੂਠਾ ਦੇ ਕੇ ਕਹਿੰਦੇ ਜਾਂਦੇ ਹੈਗੇ ਆ, 25-25, 30-30 ਲੱਖ ਲਾ ਕੇ ਜਾਂਦੇ ਹੈਗੇ ਆ। ਪਰ ਕਹਿੰਦੇ ਅੱਜ ਮੈਂ ਬੜੇ ਮਾਣ ਨਾਲ ਕਹਿੰਦਾ ਕਿ ਮੇਰੀ ਕੁੜੀ ਨੇ, ਮੇਰੇ ਤੀਜੇ ਮੁੰਡੇ ਨੇ ਆਪਣੀ ਮਿਹਨਤ ਦੇ ਨਾਲ ਵੱਡੀ ਕੰਟਰੀ 'ਚ ਘੁੰਮ ਕੇ ਆਈ ਆ। ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਸੀਗੀ ਕਿ ਜੇ ਮੇਰੇ ਡੈਡ ਨੇ ਮੇਰੀ ਉਦੋਂ ਸਪੋਰਟ ਨਾ ਕੀਤੀ ਹੁੰਦੀ ਅਤੇ ਅੱਜ ਮੈਂ ਇੱਥੇ ਨਾ ਹੁੰਦੀ। ਬਹੁਤ ਹੀ ਵਧੀਆ ਮਨਪ੍ਰੀਤ ਜੀ। ਮੈਂ ਸੋਚਦੀ ਹਾਂ ਵੀ ਤੁਹਾਡੇ ਵਿੱਚ ਜਿਹੜਾ ਕੌਨਫੀਡੈਂਸ ਆ, ਉਸ ਦੀ ਮੈਂ ਦਾਦ ਦਿੰਦੀ ਹਾਂ। ਥੈਂਕ ਯੂ ਜੀ, ਅਤੇ ਸ਼ੁਕਰੀਆ ਤੁਹਾਡਾ। ਹਾਂਜੀ, ਜਦੋਂ ਇਸ ਚੀਜ਼ ਦੀ, ਕਿਉਂਕਿ ਜਿਹੜਾ ਕੌਨਫੀਡੈਂਸ ਆ ਇਹ ਤੁਹਾਡੀ ਕਾਮਯਾਬੀ ਲਈ ਬਹੁਤ ਜ਼ਰੂਰੀ ਹੁੰਦਾ ਆ। ਅਤੇ ਤੁਸੀਂ ਆਪਣੀ ਜ਼ਿੰਦਗੀ 'ਚ ਕਾਮਯਾਬ ਵੀ ਹੋਏ, ਬਾਹਰ ਵੀ ਨੌਕਰੀ ਕੀਤੀ, ਅਤੇ ਅੱਜ ਕੱਲ੍ਹ ਤੁਸੀਂ ਕੀ ਕਰਦੇ ਹੋ? ਅੱਜ ਕੱਲ੍ਹ ਹੁਣ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗੀ ਜੀ, ਜੋ ਕਰਨ ਵਾਲਾ ਕਰਾਉਣ ਵਾਲਾ ਉਹ ਉੱਪਰ ਵਾਲਾ ਹੀ ਆ ਜੀ। ਮੈਂ ਸਤਿਗੁਰੂ ਨਾਨਕ ਦੀ ਓਟ ਆਸਰਾ ਲੈ ਕੇ ਹਮੇਸ਼ਾ ਹਰੇਕ ਕੰਮ ਦੇ ਵਿੱਚ ਹੱਥ 'ਚ ਪਾਉਂਦੀ ਹਾਂ, ਉਹਦਾ ਓਟ ਆਸਰਾ ਲੈ ਕੇ ਕਰਦੀ ਹਾਂ। ਅਤੇ ਅੱਜ ਕੱਲ੍ਹ ਉਹਨਾਂ ਦੀ ਓਟ ਆਸਰਾ ਕਰਕੇ ਸਾਡੀਆਂ 2 ਸ਼ਾਪਾਂ ਆ। ਅਤੇ ਪਹਿਲਾਂ ਅਸੀਂ ਖੋਲ੍ਹੀ ਸੀਗੀ ਇੱਥੇ ਗੁਰਦੁਆਰਾ ਸਾਹਿਬ ਦੇ ਨੇੜੇ ਖੋਲ੍ਹੀ ਸੀਗੀ, ਚੈਪਲ ਟਾਊਨ ਰੋਡ 'ਤੇ ਖੋਲ੍ਹੀ ਸੀ, MK ਨੂਰ ਕਲੈਕਸ਼ਨ ਕਰਕੇ।
ਤੇ ਹੁਣ ਬਾਬਾ ਜੀ ਦੀ ਕਿਰਪਾ ਦੇ ਨਾਲ ਸਾਡੀ ਦੂਜੀ ਬ੍ਰਾਂਚ ਵੀ ਖੁੱਲ੍ਹ ਗਈ ਹੈਗੀ ਆ ਹੇਅਰ ਹਿਲਸ ਲੇਨ 'ਤੇ। ਤੇ ਉਹਨਾਂ ਨੇ ਜੋ ਹੈਗੀ ਆ, ਮੈਂ ਬਾਬੇ ਨਾਨਕ ਦੀ ਬਦੌਲਤ ਹੈਗੀ ਆ, ਉਹਨਾਂ ਦੀ ਮਰਜ਼ੀ ਤੋਂ ਬਿਨਾਂ ਤਾਂ ਕਹਿੰਦੇ ਹੁੰਦੇ ਪੱਤਾ ਵੀ ਨਹੀਂ ਹਿਲ ਸਕਦਾ। ਜੋ ਕਰਦਾ, ਜੋ ਕਰਾਉਂਦਾ ਉਹੀ ਕਰਾਉਂਦਾ ਹੈਗਾ ਆ। ਬਹੁਤ ਹੀ ਵਧੀਆ, ਬਹੁਤ ਹੀ ਵਧੀਆ। ਮੈਂ ਆਪਣੇ ਦਰਸ਼ਕ ਵੀ ਇਹ ਸੁਣ ਕੇ ਬੜੇ ਖੁਸ਼ ਹੋਣਗੇ ਵੀ ਦੇਖੋ ਇਹ ਜਿਹੜੀ ਲੜਕੀ ਹੈ ਕਿੰਨੀ ਗੜਕੇ ਵਾਲੀ ਆ, ਕਿੰਨੀ ਕੌਨਫੀਡੈਂਸ ਵਾਲੀ ਆ। ਤੁਹਾਡੇ ਆਪਣੇ ਪਤੀ ਦੇ, ਤੁਹਾਡੇ ਹਸਬੈਂਡ ਤੁਹਾਡੇ ਬਾਰੇ ਕੀ ਸੋਚਦੇ ਆ? ਉਹ ਪਹਿਲਾਂ ਤਾਂ ਉਹ ਕਹਿੰਦੇ ਸੀ ਵੀ ਤੈਨੂੰ ਜੋਬ ਕਰਨ ਦੀ ਲੋੜ ਨਹੀਂ ਹੈਗੀ, ਕਿ ਮੈਂ ਬੈਠਾ ਆ, ਵੀ ਆਪਾਂ ਆਪਣੀ ਛੋਟੀ ਫੈਮਿਲੀ ਹੈਗੀ ਆ, ਵੀ ਆਪਾਂ ਨੂੰ ਇੰਨਾ ਨਹੀਂ ਹੈਗਾ ਵੀ ਤੂੰ ਜੋਬ ਕਰ ਨਾ ਕਰ, ਮੈਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ। ਪਰ ਮੈਂ ਕਿਹਾ ਵੀ ਮੈਂ ਸ਼ੁਰੂ ਤੋਂ ਕਦੀ ਬਹਿ ਕੇ ਖਾਧਾ ਨਹੀਂ ਹੈਗਾ, ਕਿ ਮੈਂ ਜੇ ਮੇਰੇ 'ਚ ਕੋਈ ਟੈਲੈਂਟ ਹੈਗਾ ਜਾਂ ਕਿੱਦਾਂ ਵੀ ਆ, ਵੀ ਮੈਂ ਹਮੇਸ਼ਾ ਆਪਣੇ ਹੱਥ ਦੀ ਮਿਹਨਤ ਦੀ ਕਮਾਈ ਕਰਨਾ ਚਾਹੁੰਦੀ ਹਾਂ। ਅਤੇ ਉਹਨਾਂ ਨੇ ਮੇਰਾ ਪੂਰਾ ਸਪੋਰਟ ਕੀਤਾ ਹੈਗਾ ਆ। ਅਤੇ ਚਲੋ ਅੱਗੇ ਮੈਂ ਉਸ ਤੋਂ ਬਾਅਦ ਜਿੱਦਾਂ ਪਹਿਲਾਂ ਕਾਫੀ ਸਟਰਗਲ ਕੀਤਾ, ਫਿਰ ਮੈਨੂੰ ਪ੍ਰਾਈਮਾਰਕ ਦੇ ਵਿੱਚ ਜੋਬ ਮਿਲ ਗਈ ਅਤੇ 7 ਸਾਲ ਮੈਂ ਪ੍ਰਾਈਮਾਰਕ 'ਚ ਵੀ ਜੋਬ ਕੀਤੀ ਸੀਗੀ। ਹਾਂਜੀ। ਅਤੇ ਉੱਥੇ ਵੀ ਕਾਫੀ ਬਾਬਾ ਜੀ ਦੀ ਕਿਰਪਾ ਦੇ ਨਾਲ ਕਾਫੀ ਬਾਬਾ ਜੀ ਨੇ ਮੇਰਾ ਨਾਮ ਮਤਲਬ ਹੋਇਆ ਹੈਗਾ ਮੇਰਾ, ਕਿ ਉੱਥੇ ਵੀ ਟੋਪ ਐਡਵਾਈਜ਼ਰ ਸੀਗੀ ਮੈਂ, ਟੋਪ ਇੰਪਲੋਈ ਸੀਗੀ। ਐਵਰੀ ਵੀਕ ਮੈਨੂੰ ਵਾਊਜ਼ ਮਿਲਦੇ ਸੀ ਕਸਟਮਰ, ਈਵਨ ਕਿ ਗੋਰੇ ਗੋਰੀਆਂ ਉਹ ਸਾਰੇ ਮੈਨੂੰ ਫੀਡਬੈਕ ਅੱਛਾ ਦੇ ਕੇ ਜਾਂਦੇ ਹੁੰਦੇ ਸੀਗੇ। ਲੀਡਰ ਆਫ ਦਾ ਵੀਕ ਐਵਰੀ ਵੀਕ ਮੇਰਾ ਹੁੰਦਾ ਸੀਗਾ। ਔਰ ਇਹ ਕਾਫੀ ਮੇਰੇ ਲਈ ਮਾਣ ਵਾਲੀ ਗੱਲ ਸੀਗੀ, ਕਿਉਂਕਿ ਤੁਹਾਨੂੰ ਵੀ ਪਤਾ ਪ੍ਰਾਈਮਾਰਕ ਦੇ ਵਿੱਚ ਘੱਟੋ ਘੱਟ ਵੀ 600 ਤੋਂ 700 ਇੰਪਲੋਈ ਕੰਮ ਕਰਦੇ ਆ। ਉਹਨਾਂ ਦੇ ਵਿੱਚੋਂ 1 ਨੰਬਰ 'ਤੇ ਆਉਣਾ, ਉੱਥੇ ਹਰ ਵਾਰ ਨਾਮ ਲਿਖਿਆ ਹੋਣਾ ਮਨਪ੍ਰੀਤ ਕੌਰ, ਲੀਡਰ ਆਫ ਦਾ ਵੀਕ। ਅਤੇ ਗੋਰੇ ਗੋਰੀਏ ਪੁੱਛਦੇ ਹੁੰਦੇ ਸੀ ਹੂ ਇਜ਼ ਮਨਪ੍ਰੀਤ, ਹੂ ਇਜ਼ ਮਨਪ੍ਰੀਤ। ਅਤੇ ਮੈਨੂੰ ਕਈ ਵਾਰ ਕਈ ਕੁੜੀਆਂ ਨੇ ਕਹਿਣਾ, ਮੁਸਲਮਾਨ ਸੀਗੀਆਂ ਭੈਣਾਂ, ਅਤੇ ਉਹਨਾਂ ਨੇ ਮੈਨੂੰ ਕਹਿਣਾ ਵੀ ਤੂੰ ਇੱਦਾਂ ਦਾ ਕੀ ਕਰਦੀ ਆ, ਵੀ ਤੈਨੂੰ ਤੂੰ ਖਰਿਆ ਕੋਈ ਰਿਸ਼ਵਤ ਦਿੰਦੀ ਹੈਗੀ ਆ, ਕਿ ਕਸਟਮਰਾਂ ਨੂੰ ਜਿਹੜੇ ਉਹ ਤੇਰੀ ਵਾਰੀ ਹਰ ਹਫਤੇ ਤੇਰੀ ਵਾਰੀ ਫੀਡਬੈਕ ਦੇ ਕੇ ਜਾਂਦੇ ਆ, ਅਤੇ ਤੂੰ ਇੰਨੇ ਮਿਲਦੇ ਹੈਗੇ ਆ। ਅਤੇ ਮੈਨੇਜਰਾਂ ਨੇ ਮੈਨੂੰ ਕਾਫੀ ਰਿਵਾਰਡ ਕਰਨਾ, ਮੈਨੇਜਰਾਂ ਨਾਲ ਮੇਰੀ ਕਾਫੀ ਬਣੀ ਹੋਈ ਸੀਗੀ। ਅਤੇ ਮੈਂ ਉਹਨੂੰ ਕਹਿਣਾ ਵੀ ਮੈਂ ਇੱਥੇ ਤਾਂ ਕੁਛ ਨਹੀਂ ਕਰ ਸਕਦੀ, ਇੱਥੇ ਤਾਂ ਗੋਰਿਆਂ ਦੀ ਕੰਟਰੀ ਆ, ਇੱਥੇ ਕੀ ਰਿਸ਼ਵਤ ਦੇਣੀ ਆ। ਮੈਂ ਕਿਹਾ ਮੈਂ ਸਿਰਫ ਕਸਟਮਰ ਸਰਵਿਸ ਦਿੰਦੀ ਹਾਂ, ਤੁਸੀਂ ਬੋਲ ਬਾਣੀ ਅੱਛੀ ਰੱਖੋ, ਕਸਟਮਰ ਨੂੰ ਸਰਵਿਸ ਅੱਛੀ ਦਿਓ, ਉਹਨਾਂ ਦੀ ਪੈਕਿੰਗ ਅੱਛੀ ਕਰੋ। ਜਦੋਂ ਤੁਸੀਂ ਉਹਨਾਂ ਨੂੰ ਸਮਾਨ ਪੈਕ ਕਰ ਰਹੇ ਹੈਗੇ ਆ, ਉਹਨਾਂ ਨੂੰ ਗੱਲਾਂ 'ਚ ਉਲਝਾਏ ਰੱਖੋ ਕਿ ਉਹ ਆਪਣੇ ਆਪ ਨੂੰ ਬੋਰਿੰਗ ਨਾ ਫੀਲ ਕਰਨ, ਕਿਉਂਕਿ ਇਹ ਜਿਹੜੇ ਕਸਟਮਰ ਆ ਪ੍ਰਾਈਮਾਰਕ 'ਚ ਤੁਹਾਨੂੰ ਵੀ ਪਤਾ ਕਿੰਨੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਆ, 1 ਘੰਟਾ ਵਿਚਾਰੇ ਥੱਕ ਹਾਰ ਜਾਂਦੇ ਹੈਗੇ ਆ। ਠੀਕ ਹੈ ਜੀ। ਅਤੇ ਉਹ ਤਾਂ ਵੈਸੇ ਹੀ ਹੁੰਦੇ ਆ ਕਿ ਫਿਰ ਫਟਾਫਟ ਅਸੀਂ ਇੱਥੋਂ ਨਿਕਲੀਏ, ਅਸੀਂ ਤਾਂ ਜੇਲ੍ਹ 'ਚ ਛੁੱਟੀਏ, ਜੇਲ੍ਹ ਵਾਂਗੂ ਉਹਨਾਂ ਲਈ ਹਾਲਤ ਹੁੰਦੀ ਹੈਗੀ ਆ। ਅਤੇ ਮੈਂ ਕਿਹਾ ਮੈਂ ਉਹੀ ਚੀਜ਼ ਉਹਨਾਂ ਲਈ ਐਂਟਰਟੇਨਮੈਂਟ ਵਾਂਗੂ ਕਰ ਦਿੰਦੀ, ਕਿ ਉਹਨਾਂ ਨੂੰ ਬੋਰਿੰਗ ਨਾ ਫੀਲ ਹੋਵੇ, ਕਿ ਜਿੰਨੀ ਦੇਰ ਮੇਰੇ ਕੋਲ ਖੜ੍ਹੇ ਆ ਪੈਕਿੰਗ ਕਰਦੇ ਕਰਦੇ ਉਹਨਾਂ ਨੂੰ ਮੈਂ ਪੁੱਛਦੀ ਰਹਿੰਦੀ ਸੀ ਕਿ ਤੁਸੀਂ ਹੌਲੀਡੇਜ਼ 'ਤੇ ਜਾਣਾ, ਬਸ ਉਹਨਾਂ ਲਈ ਥੋੜ੍ਹਾ ਜਿਹਾ ਐਂਟਰਟੇਨਮੈਂਟ ਵਾਲਾ ਕਰ ਦੇਣਾ, ਕਿ ਉਹ ਫਿਰ ਸਾਰਿਆਂ ਨੂੰ ਹੁੰਦਾ ਸੀ ਜਦੋਂ ਵੀ ਉਹ ਲੀਵ ਕਰਦੇ ਹੁੰਦੇ ਸੀਗੇ, ਮੇਰਾ ਡੈਸਕ ਕਰਦੇ ਸੀਗੇ, ਖੁਸ਼ ਹੋ ਕੇ ਜਾਂਦੇ ਹੁੰਦੇ ਸੀਗੇ। ਹਾਂਜੀ। ਮੈਂ ਕਹਾਂਗੀ ਤੂੰ ਬਹੁਤ ਮਲਟੀ ਸਕਿੱਲਸ ਲੜਕੀ ਹੈਗੀ ਆ, ਅਤੇ ਸਾਡੇ ਵਰਗਿਆਂ ਨੂੰ ਵੀ ਤੇਰੇ ਕੋਲੋਂ ਬਹੁਤ ਕੁਝ ਸਿੱਖਣ ਦੀ ਲੋੜ ਹੈਗੀ ਆ। ਨਹੀਂ ਇਹ ਤਾਂ ਜੀ ਹਰੇਕ ਬੰਦੇ 'ਚ ਟੈਲੈਂਟ ਹੁੰਦਾ ਆ ਜੀ, ਹਰੇਕ ਬੰਦੇ ਨੂੰ, ਪਰ ਉਹ ਟੈਲੈਂਟ ਆਪਣੇ ਆਪ 'ਚੋਂ ਲੱਭਣਾ ਪੈਂਦਾ ਜੀ। ਨਹੀਂ ਬਹੁਤ ਵਧੀਆ, ਬਹੁਤ ਹੀ ਵਧੀਆ। ਮੈਂ ਚਾਹੁੰਦੀ ਹਾਂ ਖਾਸ ਕਰਕੇ ਮੈਨੂੰ ਮਾਣ ਹੁੰਦਾ ਵੀ ਜਦੋਂ ਸਾਡੀਆਂ ਲੜਕੀਆਂ ਇਸ ਤਰ੍ਹਾਂ ਅੱਗੇ ਵਧਦੀਆਂ ਨੇ। ਅਤੇ ਇਸ ਦੇ ਨਾਲ ਹੀ ਮੇਰੇ ਮਨ 'ਚ ਇਹ ਵੀ ਆਉਂਦਾ ਵੀ ਆਮ ਲੋਕਾਂ ਦਾ ਜਦੋਂ ਇੰਡੀਆ ਤੋਂ ਇੱਥੇ ਆਉਂਦੇ ਨੇ, ਹਾਂਜੀ, ਉਹ ਹਮੇਸ਼ਾ ਇਹ ਸੋਚਦੇ ਆ ਵੀ ਉਹਨਾਂ ਨੂੰ ਜਿਹੜਾ ਵਿਤਕਰਾ ਹੋਇਆ ਜਾਂ ਉਹਨਾਂ ਦੇ ਰੰਗ ਦੇ ਭੇਦਭਾਵ ਹੋਇਆ। ਤੁਹਾਨੂੰ ਵੀ ਕੋਈ ਪ੍ਰਾਈਮਾਰਕ ਕੰਮ ਕਰਦੇ ਕੋਈ ਐਸਾ, ਜਾਂ ਬੈਂਕ ਵਿੱਚ ਕੰਮ ਕਰਦੇ ਕੋਈ ਐਸਾ ਐਕਸਪੀਰੀਅੰਸ ਹੋਇਆ ਵੀ ਤੁਹਾਨੂੰ ਕਿਸੇ ਲੱਗਿਆ ਹੋਵੇ ਤੁਹਾਡੇ ਨਾਲ ਕੋਈ ਵਿਤਕਰਾ ਕਰ ਰਿਹਾ, ਆਪਣੀ ਇੱਕ ਤਾਂ ਲੜਕੀ ਹੋਣ ਦੇ ਨਾਤੇ, ਅਤੇ ਦੂਸਰਾ ਆਪਣੇ ਜਿਸ ਤਰ੍ਹਾਂ ਆਪਣਾ ਗੋਰੇ ਕਾਲੇ ਦੇ ਸਵਾਲ ਉਸ ਦੀ ਬੇਸ 'ਤੇ? ਹਾਂਜੀ, ਗੋਰੇ ਥੋੜ੍ਹਾ ਕਰਦੇ ਹੁੰਦੇ ਸੀਗੇ, ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਫੀਡਬੈਕ ਵਧੀਆ ਮਿਲਦਾ ਹੁੰਦਾ ਸੀਗਾ। ਗੋਰਿਆਂ ਨੂੰ ਇਹ ਹੁੰਦਾ ਸੀਗਾ ਕਿ ਇਹ ਸਾਡੇ ਤੋਂ ਬਾਅਦ ਵਿੱਚ ਆ ਕੇ ਅਤੇ ਇਹ ਉੱਪਰ ਦੀ ਹੋਈ ਜਾਂਦੀ ਹੈਗੀ ਆ, ਕਿਉਂਕਿ ਮੈਂ ਬਹੁਤ ਥੋੜ੍ਹੇ ਟਾਈਮ ਦੇ ਵਿੱਚ ਹੀ ਮੈਨੂੰ ਮੈਨੇਜਰਾਂ ਨੇ ਸੁਪਰਵਾਈਜ਼ਰ ਲਈ ਆਫਰ ਕਰ ਦਿੱਤੀ ਸੀਗੀ। ਉਹਨਾਂ ਨੇ ਮੇਰਾ ਕੰਮ ਦੇਖ ਕੇ ਕਿ ਤੂੰ ਮਿਹਨਤ ਬਹੁਤ ਕਰਦੀ ਹੈਗੀ ਆ, ਪਰ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਸੁਪਰਵਾਈਜ਼ਰ ਨਹੀਂ, ਮੈਂ ਆਪਣੇ ਕੰਮ 'ਚ ਖੁਸ਼ ਹਾਂ, ਕਿਉਂਕਿ ਮੈਂ ਆਪਣੇ ਪਹਿਲਾਂ ਫੈਮਿਲੀ ਮੇਰੇ ਲਈ ਜ਼ਰੂਰੀ ਆ, ਮੈਂ 4 ਘੰਟੇ ਤੋਂ ਵੱਧ ਕੰਮ ਨਹੀਂ ਕਰ ਸਕਦੀ। ਅਤੇ ਉਹ ਚੀਜ਼ ਗੋਰਿਆਂ ਵਿੱਚ ਵੀ ਜੈਲਸ ਹੁੰਦੀ ਆ, ਜੈਲਸ ਕਰਦੇ ਆ। ਉਹਨਾਂ ਨੂੰ ਇਹ ਹੁੰਦਾ ਕਿ ਇੰਡੀਅਨ ਆਪਣੀ ਕੰਟਰੀ ਤੋਂ ਆ ਕੇ ਅਤੇ ਸਾਡੀ ਕੰਟਰੀ 'ਚ ਆ ਕੇ ਸਾਡੇ ਤੋਂ ਉੱਤੇ ਦੀ ਹੋਣ ਦੀ ਕੋਸ਼ਿਸ਼ ਕਰਦੇ ਹੈਗੇ ਆ। ਤੁਹਾਨੂੰ ਕਦੇ ਕਿਸੇ ਨੇ ਇਹ ਕਿਹਾ ਵੀ ਤੁਸੀਂ ਆਪਣੇ ਦੇਸ਼ ਵਿੱਚ ਵਾਪਸ ਮੁੜ ਜਾਓ? ਕਿਉਂਕਿ ਆਮ ਲੋਕਾਂ ਦਾ ਐਕਸਪੀਰੀਅੰਸ ਇਹ ਵੀ ਹੋਇਆ ਵੀ ਤੁਸੀਂ ਜਸਟ ਗੋ ਬੈਕ ਟੂ ਯੂਰ ਓਨ ਕੰਟਰੀ। ਤੁਹਾਡੇ ਨਾਲ ਵੀ ਕੋਈ ਇੱਦਾਂ ਦੀ ਕੋਈ ਇਵੈਂਟ, ਕੋਈ ਘਟਨਾ ਹੋਈ ਕਦੀ ਜ਼ਿੰਦਗੀ ਵਿੱਚ ਜਦ ਤੁਸੀਂ ਇੱਥੇ ਆਏ ਹੋ? ਫਿਲਹਾਲ ਤਾਂ ਨਹੀਂ ਹੋਈ, ਪਰ ਜਦੋਂ ਹੁਣ ਮੈਂ ਕੰਮ ਕਰਦੀ ਹਾਂ ਇੱਥੇ,
ਉਹਦੇ ਜਦੋਂ ਦੀ ਮੈਂ ਸ਼ੌਪ ਖੋਲ੍ਹੀ ਆ ਉਹਦੇ ਵਿੱਚ ਤਾਂ ਮੈਨੂੰ ਬਹੁਤ ਪਰੇਸ਼ਾਨੀਆਂ ਆਈਆਂ। ਕਿਸ ਤਰ੍ਹਾਂ ਦੀ? ਪਹਿਲਾਂ ਪਰੇਸ਼ਾਨੀ ਤਾਂ ਮੈਨੂੰ ਇਹ ਆਈ ਕਿ ਚਲੋ ਜਦੋਂ ਅਸੀਂ ਖੋਲ੍ਹੀ ਸੀਗੀ ਸ਼ੌਪ ਨਾਲ ਹੀ ਲੋਕਡਾਊਨ ਹੋ ਗਿਆ। ਜਿੱਦਾਂ ਕਿੱਦਾਂ ਕਰਕੇ ਅਸੀਂ ਰੱਬ ਦਾ ਓਟ ਆਸਰਾ ਲੈ ਕੇ ਵੀ ਚਲੋ ਅਸੀਂ ਕਿਹੜਾ ਵੱਖਰੇ ਹੈਗੇ, ਸਾਰੀ ਦੁਨੀਆ ਦੇ ਨਾਲ ਹੀ ਆ ਨਾ ਜੀ, ਤੇ ਰੱਬ ਤੇ ਭਰੋਸਾ ਰੱਖਿਆ। ਫਿਰ ਤੁਹਾਨੂੰ ਪਤਾ ਜੀ ਜਦੋਂ ਤੁਸੀਂ ਉੱਪਰ ਉੱਡਣ ਦੀ ਕੋਸ਼ਿਸ਼ ਕਰਦੇ ਆ ਤੇ ਲੋਕੀ ਹਮੇਸ਼ਾ ਤੁਹਾਨੂੰ ਥੱਲੇ ਹੀ ਡੇਗਦੇ ਆ, ਠੀਕ ਹੈ ਨਾ ਜੀ। ਜਿਹੜੇ ਤਾਂ ਸਾਡੇ ਤੋਂ ਉੱਪਰ ਵਾਲੇ ਹੈਗੇ ਆ ਉਹ ਸੋਚਦੇ ਆ ਕਿ ਇਹ ਸਾਡੇ ਬਰਾਬਰ ਦੇ ਨਾ ਬਣ ਜਾਣ, ਉਹਨਾਂ ਦੀਆਂ ਲੱਤਾਂ ਖਿੱਚੋ। ਆਪਣੇ ਲੋਕ ਨੇ ਜਾਂ ਉਹ ਗੋਰੇ ਨੇ? नहीं, वो अपने लोग ही अपने है। लोग, कहते जी। होंगे आ कि हमें तो अपनों ने लूटा, गैरों में कहाँ दम था, मेरी किस्तें ही डूबी वहाँ जहाँ पानी खम था। ਠੀਕ ਹੈ ਨਾ, ਜਦੋਂ ਤੁਸੀਂ ਇੱਦਾਂ ਦੇ ਨਾਜ਼ੁਕ ਜਿਹੇ ਮਾਹੌਲ 'ਤੇ ਆ ਜਾਂਦੇ ਆ ਨਾ ਅਤੇ ਉਦੋਂ ਤੁਹਾਨੂੰ ਆਪਣੇ ਆਪ ਨੂੰ ਸੰਭਾਲਣਾ ਵੀ ਬਹੁਤ ਮੁਸ਼ਕਿਲ ਹੋ ਜਾਂਦਾ ਆ। ਅਤੇ ਆਪਣਿਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਵੀ ਤੂੰ ਕੀ ਉੱਥੋਂ ਅਰਨ ਕਰਦੀ ਆ, ਸਾਰਾ ਦਿਨ ਵਿਹਲੀ ਬਹਿ ਕੇ ਆ ਜਾਂਦੀ ਆ, ਕਿਰਾਇਆ ਕਿੱਥੋਂ ਕੱਢਣਾ ਆ, ਆਹ ਕਿੱਦਾਂ ਕਰਨਾ, ਉਹ ਕਿੱਦਾਂ ਕਰਨਾ ਆ। ਮੈਂ ਕਿਹਾ ਵੀ ਜਿਹਨੇ ਮੈਨੂੰ ਇਸ ਰਾਹ 'ਤੇ ਤੋਰਿਆ ਆ ਉਹੀ ਕਰਨ ਵਾਲਾ, ਉਹੀ ਕਰਾਉਣ ਵਾਲਾ। ਵੀ ਮੈਂ ਹੁਣ ਉਹਨੇ ਮੈਨੂੰ ਮੈਨੂੰ ਰਸਤਾ ਦਿਖਾਇਆ ਆ। ਔਰ ਮੈਂ ਪਹਿਲਾਂ ਤਾਂ ਇਹ ਸ਼ੇਅਰ ਕਰਨਾ ਚਾਹੂੰਗੀ ਮੈਨੂੰ ਇਹ ਸ਼ੌਪ ਕਿੱਦਾਂ ਮਿਲੀ। ਤੁਸੀਂ ਮੰਨਣਾ ਨਹੀਂ, ਮੇਰਾ ਰੱਬ 'ਤੇ ਵਿਸ਼ਵਾਸ ਸੀਗਾ। 550 ਸਾਲਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀਗਾ। ਮੈਂ ਇਹ ਸੋਚਿਆ ਸੀ ਮੈਂ ਆਪਣਾ ਕੰਮ ਕਰਨਾ ਆ। ਮੈਂ ਬਾਬੇ ਨਾਨਕ ਨੂੰ ਮਨ ਵਿੱਚ ਧਾਰਿਆ ਕਿ ਹੇ ਬਾਬਾ ਨਾਨਕ, ਤੁਹਾਡੇ ਦਰ ਦੇ ਲਾਗੇ ਇੱਥੇ ਮੈਨੂੰ ਕੋਈ ਜਗ੍ਹਾ ਮਿਲ ਜਾਏ ਅਤੇ ਮੈਂ ਤੁਹਾਡੇ ਜ਼ਰੂਰ ਨਤਮਸਤਕ ਹੋਇਆ ਕਰਾਂਗੀ। ਤੁਸੀਂ ਮੰਨਣਾ ਨਹੀਂ, ਇੰਨੀ ਜਲਦੀ ਮੇਰੀ ਪੁਕਾਰ ਸੁਣੀ ਹੈ ਬਾਬਾ ਜੀ ਨੇ। ਮੈਨੂੰ 1 ਹਫ਼ਤੇ ਦੇ ਵਿੱਚ ਸਾਨੂੰ ਨੋਟਿਸ ਮਿਲ ਗਿਆ, ਲਿਖਿਆ ਹੋਇਆ ਉਹਨਾਂ ਦਾ, ਟੂ ਲੈਟ ਦਾ ਸਾਈਨ। ਔਰ 1 ਮਹੀਨੇ ਦੇ ਵਿੱਚ ਅਸੀਂ ਉਹ ਸ਼ੌਪ ਲੈ ਲਈ ਆ, ਠੀਕ ਹੈ ਜੀ। ਅਤੇ ਫਿਰ ਮੈਂ ਨਾਮ ਵੀ ਉਹਨਾਂ 'ਤੇ ਰੱਖਣਾ ਸੀਗਾ, ਗੁਰੂ ਨਾਨਕ ਜਾਂ ਗੁਰਨੂਰ ਇੱਦਾਂ ਰੱਖਣਾ ਸੀ ਨੇ। ਪਰ ਫਿਰ ਮੈਂ ਮਨ 'ਚ ਸੋਚਿਆ ਵੀ ਇੱਥੇ ਬੇਅਦਬੀ ਬਹੁਤ ਹੁੰਦੀ ਆ, ਲੀਫਲੈਟ ਅਸੀਂ ਛਪਵਾਵਾਂਗੇ, ਕਾਰਡ ਛਪਵਾਵਾਂਗੇ, ਉਹ ਪੈਰਾਂ 'ਚ ਡਿੱਗਣੇ ਆ। ਗੋਰਿਆਂ ਨੂੰ ਵੀ ਦੇਵਾਂਗੇ, ਮੁਸਲਮਾਨਾਂ ਨੂੰ ਵੀ ਦੇਵਾਂਗੇ, ਹਰੇਕ ਕਮਿਊਨਿਟੀ ਨੂੰ ਦੇਵਾਂਗੇ। ਉਹਨਾਂ ਨੂੰ ਨਹੀਂ ਪਤਾ ਵੀ ਸਾਡਾ ਮਜ਼ਹਬ ਕੀ ਹੈਗਾ ਆ, ਸਾਡਾ ਧਰਮ ਕੀ ਹੈਗਾ ਆ ਨਾ। ਅਤੇ ਫਿਰ ਮੈਂ ਸੋਚਿਆ ਵੀ ਚਲੋ ਨੂਰ ਰੱਖ ਲੈਂਦੇ ਹਾਂ, ਕਿਉਂਕਿ ਇਹ ਗੁਰੂ ਨਾਨਕ ਦੇਵ ਜੀ ਦਾ ਦਿਖਾਇਆ ਹੋਈ ਨੂਰ ਸੀਗਾ ਅਤੇ ਉਹਨਾਂ ਦੇ ਨੂਰ 'ਤੇ ਹੀ ਮੈਂ ਨੂਰ ਰੱਖਿਆ ਸੀ ਨਾਮ। ਬਹੁਤ ਹੀ ਵਧੀਆ ਜੀ ਮਨਪ੍ਰੀਤ, ਮੈਨੂੰ ਇਹ ਨਹੀਂ ਸੀ ਪਤਾ ਵੀ ਤੁਸੀਂ ਜਿਹੜੀ ਇੰਨੀ ਡੂੰਘਾਈ ਵਿੱਚ ਜਾ ਕੇ ਤੁਸੀਂ ਇਹ ਨਾਂ ਰੱਖਿਆ ਨੂਰ ਕਲੈਕਸ਼ਨ। ਹਾਂਜੀ, ਅਤੇ ਹੁਣ ਤੁਹਾਡਾ ਉੱਥੇ ਕਿਸ ਤਰ੍ਹਾਂ ਵਧੀਆ ਚੱਲਦੀ ਆ ਨੂਰ ਕਲੈਕਸ਼ਨ ਦੀ ਜਿਹੜੀ ਤੁਹਾਡੀ ਦੁਕਾਨ ਆ? ਹਾਂਜੀ, ਹੁਣ ਬਾਬਾ ਜੀ ਦੀ ਕਿਰਪਾ ਦੇ ਨਾਲ ਹੁਣ ਠੀਕ ਹੈਗਾ ਆ। ਹੁਣ ਸਾਡੇ ਕਸਟਮਰ ਵੀ ਦੂਰੋਂ ਦੂਰੋਂ ਆਉਂਦੇ ਆ, ਕਾਸਲ ਫੋਰਟ ਤੋਂ, ਪੁਟਸੀ ਤੋਂ, ਵੇਕਫੀਲਡ ਤੋਂ, ਬਰੈਡਫੋਰਡ ਤੋਂ ਵੀ ਆਉਂਦੇ ਹੈਗੇ ਆ, ਯਾਰਕ ਤੋਂ ਗੋਰੇ ਵੀ ਆਉਂਦੇ ਹੈਗੇ ਆ। ਕੱਲ੍ਹ ਵੀ ਕੋਈ ਯਾਰਕ ਤੋਂ ਗੋਰੀਆਂ ਆਈਆਂ ਸੀਗੀਆਂ। ਅਤੇ ਹੁਣ ਕਹਿੰਦੇ ਹੁੰਦੇ ਮਿਹਨਤ ਨੂੰ ਫਲ ਜ਼ਰੂਰ ਲੱਗਦਾ ਆ। ਤੁਸੀਂ ਮਿਹਨਤ ਕਰੋ, ਕਿਸੇ ਨਾਲ ਬੇਈਮਾਨੀ ਨਾ ਕਰੋ, ਕਿਸੇ ਨਾਲ ਜੈਲਸ ਨਾ ਕਰੋ, ਆਪਣੇ ਰਾਹ 'ਤੇ ਤੁਰੀ ਜਾਓ, ਮਿਹਨਤ ਕਰੋ ਬਸ। ਆਪਣੀ ਮਿਹਨਤ 'ਤੇ ਭਰੋਸਾ ਰੱਖੋ ਅਤੇ ਉੱਪਰ ਵਾਲੇ 'ਤੇ ਭਰੋਸਾ ਰੱਖੋ। ਬਹੁਤ ਹੀ ਵਧੀਆ। ਮੈਨੂੰ ਮਨਪ੍ਰੀਤ ਤੁਹਾਡੇ ਜਿਹੜੇ ਵਿਚਾਰ ਆ ਮੈਂ ਉਹਨਾਂ ਦੀ ਬੜੀ ਸ਼ਲਾਘਾ ਕਰਦੀ ਹਾਂ ਕਿ ਮੇਰੇ ਦਰਸ਼ਕਾਂ ਨੂੰ ਵੀ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ, ਹੁਣ ਫਿਰ ਮੈਂ ਕਹਿੰਦੀ ਹਾਂ ਵੀ ਇਹ ਜਿਹੜੀ ਤੁਹਾਡੀ ਅੱਜ ਦੀ ਜਿਹੜੀ ਇੰਟਰਵਿਊ ਆ ਉਹਨਾਂ 'ਤੇ ਹੋ ਸਕਦਾ ਉਹਨਾਂ ਨੂੰ ਵੀ ਬਹੁਤ ਕੁਝ ਸਿੱਖਣ ਲਈ ਮਿਲਿਆ ਹੋਵੇ। ਅਖੀਰ ਦੇ ਵਿੱਚ ਮੈਂ ਹੁਣ ਤੁਸੀਂ ਆਪਣੇ ਇੱਕ ਲੜਕੀ ਹੋਣ ਦੇ ਨਾਤੇ, ਇੱਕ ਮੈਂ ਇਹ ਕਹਾਂਗੀ ਕਿ ਬਿਜ਼ਨਸ ਵੂਮਨ ਹੋਣ ਦੇ ਨਾਤੇ ਕੀ ਸੁਨੇਹਾ ਦੇਣਾ ਚਾਹੋਗੇ ਸਿੱਖ ਚੈਨਲ 'ਤੇ? ਮੈਂ ਸੁਨੇਹਾ ਤਾਂ ਸਾਰਿਆਂ ਨੂੰ ਇਹੀ ਦੇਣਾ ਚਾਹੂੰਗੀ ਕਿ ਜੇ ਤੁਸੀਂ ਇਸ ਕੰਟਰੀ ਵਿੱਚ ਜੇ ਤਾਂ ਤੁਹਾਡਾ ਕੰਮ ਇੰਡੀਆ ਵਧੀਆ ਹੈਗਾ ਆ ਤਾਂ ਇੰਡੀਆ ਹੀ ਰਹਿਣਾ ਚਾਹੀਦਾ ਆ। ਇੱਥੇ ਬਾਹਰਲੇ ਮੁਲਕਾਂ 'ਚ ਕੁਛ ਨਹੀਂ ਰੱਖਿਆ ਹੈਗਾ, ਇੱਥੇ ਨੱਠ ਭਜਾਈ ਤੋਂ ਇਲਾਵਾ ਕੁਛ ਨਹੀਂ ਰੱਖਿਆ। ਪਰ ਜੇ ਤੁਸੀਂ ਆ ਗਏ ਆ ਅਤੇ ਆ ਕੇ ਫਿਰ ਤੁਸੀਂ ਪ੍ਰੋਪਰ ਆਪਣੀ ਮਿਹਨਤ ਕਰੋ, ਚੰਗੀ ਤਰ੍ਹਾਂ ਮਿਹਨਤ ਕਰੋ, ਦਿਨ ਰਾਤ ਇੱਕ ਕਰੋ ਆਪਣਾ। ਤੁਸੀਂ ਐਸ਼ੋ ਆਰਾਮ ਤੁਹਾਨੂੰ ਸਾਰਾ ਕੁਛ ਇੱਥੇ ਛੱਡਣਾ ਪੈਂਦਾ ਹੈਗਾ ਆ, ਠੀਕ ਹੈ ਜੀ। ਕਿਸੇ ਤੋਂ ਜੈਲਸ ਨਾ ਕਰੋ, ਕਿਸੇ ਨਾਲ ਬੇਈਮਾਨੀ ਨਾ ਕਰੋ, ਹੱਕ ਸੱਚ ਦੀ ਕਮਾਈ 'ਤੇ ਵਿਸ਼ਵਾਸ ਰੱਖੋ। ਤੁਸੀਂ ਬਾਬੇ ਨਾਨਕ ਦੇ ਜਿੱਦਾਂ ਕਹਿੰਦੇ ਨਾ ਕਿਰਤ ਕਰੋ ਵੰਡ ਛਕੋ, ਉਹ ਵਾਲੇ ਸਿਧਾਂਤਾਂ ਨੂੰ ਅਪਣਾਓ ਅਤੇ ਤੁਸੀਂ ਹਮੇਸ਼ਾ ਹੀ ਕਾਮਯਾਬ ਹੋਵੋਗੇ। ਕਦੀ ਉਹ ਤੁਹਾਨੂੰ ਡੋਲਣ ਵੀ ਨਹੀਂ ਦਿੰਦਾ ਹੈਗਾ। ਬਹੁਤ ਹੀ ਵਧੀਆ ਮਨਪ੍ਰੀਤ ਜੀ, ਕਮਾਲ ਆ। ਤੁਹਾਡੇ ਜਿਹੜੇ ਸਿੱਖੀ ਸਿਧਾਂਤਾਂ ਦੀ ਮੈਂ ਪੂਰੀ ਕਦਰ ਕਰਦੀ ਹਾਂ, ਸ਼ਲਾਘਾ ਕਰਦੀ ਹਾਂ। ਅਤੇ ਇਸ ਦੇ ਨਾਲ ਹੀ ਜੋ ਕੁਛ ਤੁਸੀਂ ਕੀਤਾ ਜਾਂ ਜੋ ਤੁਸੀਂ ਕੁਛ ਕਰਨ ਦੇ ਇੱਥੇ ਕਾਬਲ ਹੋਏ ਹੋ, ਉਹਦੀ ਬੜੀ ਸਾਨੂੰ ਮਾਣ ਹੈ ਇੱਕ ਪੰਜਾਬੀ ਲੜਕੀ ਹੋਣ ਦੇ ਨਾਤੇ। ਮੈਂ ਚਾਹੁੰਦੀ ਹਾਂ ਵੀ ਤੁਸੀਂ ਹਮੇਸ਼ਾ ਹੀ ਦਿਨ ਦੁੱਗਣਾ ਅਤੇ ਕਹਿੰਦੇ ਰਾਤ ਚੌਗੁਣੀ ਤਰੱਕੀ ਕਰੋ ਆਪਣੀ ਜ਼ਿੰਦਗੀ ਦੇ ਵਿੱਚ। ਅਤੇ ਤੁਹਾਡੀ ਇੰਟਰਵਿਊ ਦੇਣ ਦਾ ਬਹੁਤ ਬਹੁਤ ਧੰਨਵਾਦ ਜੀ। ਅਤੇ ਇੰਨਾ ਕੁਛ ਕਹਿੰਦੇ ਹੋਏ ਮੈਂ ਤੁਹਾਡੇ ਨਾਲ ਫਤਿਹ ਦੀ ਸਾਂਝ ਪਾਉਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।